ਅੱਜ ਦਾ ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 6ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 6ਵੀਂ ਕਲਾਸ ਦਾ ਗਣਿਤ ਦਾ ਪੈਸ ਦਾ ਜਿਹੜਾ ਟੈਸਟ ਹੋਣ ਜਾ ਰਿਹਾ, ਆਪਣਾ ਸਤੰਬਰ ਟੈਸਟ ਹੋਣ ਜਾ ਰਿਹਾ, ਉਸੇ ਜੋ ਟੈਸਟ ਜਿਸ ਢੰਗ ਦੇ ਕੁਐਸਚਨ ਸਾਨੂੰ ਪੇਪਰ ਦੇ ਵਿੱਚ ਆਣੇ ਨੇ, ਉਹ ਕੁਐਸਚਨ ਪੇਪਰ ਦਾ ਸੈਂਪਲ ਪੇਪਰ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਅਸੀਂ ਸੋਲਵ ਕਰਾਂਗੇ। 20 ਕੁਐਸਚਨਸ ਨੇ, ਇਹਦੇ ਵਿੱਚ 20 ਕੁਐਸਚਨ ਨੇ। 20 ਕੁਐਸਚਨ ਅਸੀਂ ਇੱਕ ਇੱਕ ਕਰਕੇ ਸਮਝਾਂਗੇ ਤੇ ਉਹਨਾਂ ਨੂੰ ਨੋਟ ਵੀ ਕਰਾਂਗੇ। ਠੀਕ ਹੈ, ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਪਤਾ ਹੋਣ, ਜੇ ਤਾਂ ਪਹਿਲਾਂ ਪਤਾ ਨੇ ਉਹ ਤੁਹਾਡੇ ਕੁਐਸਚਨ ਜਿਹੜੇ ਰਿਵਾਈਜ਼ ਹੋ ਜਾਣਗੇ। ਜੇਕਰ ਕੋਈ ਨਵੀਂ ਚੀਜ਼ ਮਿਲਦੀ ਹੈ ਤਾਂ ਉਹਨੂੰ ਜ਼ਰੂਰ ਨੋਟ ਕਰ ਲਈਓ, ਕਿਉਂਕਿ ਬਹੁਤ ਹੈਲਪ ਕਰੇਗਾ ਤੁਹਾਡੇ ਕੋਲ। ਤੁਹਾਡੀ ਅੱਜ ਦਾ ਇਹ ਵੀਡੀਓ ਲੈਸਨ ਤੁਹਾਡੇ ਟੈਸਟ ਦੇ ਵਿੱਚ, ਸਤੰਬਰ ਟੈਸਟ ਜਿਹੜਾ ਸਾਡੇ ਕੋਲ 21 ਸਤੰਬਰ ਤੋਂ ਸਟਾਰਟ ਹੋਣ ਜਾ ਰਿਹਾ ਹੈ ਟੈਸਟ ਬਾਈ ਮੰਥਲੀ, ਤਾਂ ਉਹਦੇ ਵਿੱਚ ਬਹੁਤ ਹੈਲਪ ਹੋਏਗੀ ਤੁਹਾਨੂੰ ਇਸ ਵੀਡੀਓ ਲੈਸਨ ਦੀ। ਠੀਕ ਹੈ, तो शुरू करते हैं। ਅਸੀਂ हर एक सवाल ਦੇ ਸਾਨੂੰ 4 ਆਪਸ਼ਨਸ ਜਿਹੜੀਆਂ ਦਿੱਤੀਆਂ ਹੁੰਦੀਆਂ, ਪਹਿਲਾਂ ਵੀ ਆਪਾਂ ਪੈਸ ਦਾ ਟੈਸਟ ਜਿਹੜਾ ਉਹ ਕਰ ਚੁੱਕੇ ਹਾਂ। ਉਹ 4 ਆਪਸ਼ਨਸ ਦੇ ਵਿੱਚੋਂ, ਚਾਰੋਂ ਵਿਕਲਪਾਂ ਦੇ ਵਿੱਚੋਂ ਜਿਹੜਾ ਸਹੀ ਵਿਕਲਪ ਹੈ ਉਹ ਅਸੀਂ ਜਿਹੜਾ ਉਹ ਟਿਕ ਕਰਨਾ ਹੁੰਦਾ, ਮਾਰਕ ਕਰਨਾ ਹੁੰਦਾ। ਠੀਕ ਹੈ, तो ਅੱਜ ਦਾ ਲੈਸਨ ਦੇਖਦੇ ਹਾਂ। ਫਿਰ ਆਪਾਂ ਸ਼ੁਰੂ ਕਰਦੇ ਹਾਂ। ਸੈਂਪਲ ਪੇਪਰ ਕਲਾਸ 6ਵੀਂ, ਮੈਕਸਿਮਮ ਮਾਰਕਸ ਸਾਡੇ ਕੋਲ ਇਹਦੇ 40 ਮਾਰਕਸ ਨੇ। 20 ਕੁਐਸਚਨਸ ਨੇ ਇਹਦੇ ਵਿੱਚ। ਠੀਕ ਹੈ, ਈਚ ਕੁਐਸਚਨ ਕੈਰੀਜ਼ 2 ਮਾਰਕਸ, ਆਲ ਕੁਐਸਚਨਸ ਆਰ ਕੰਪਲਸਰੀ। हर एक क्वेश्चन के 2 अंक ने, तो सारे क्वेश्चन ਜਿਹੜੇ करने बहुत जरूरी ने। ठीक है, तो एक एक करके ਆਪਾਂ हर एक क्वेश्चन ਇਹਦਾ ਕਰਾਂਗੇ। तो पहला सवाल ਸਾਡੇ ਕੋਲ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ। 3 + 5 = 5 + 3 ਦਿੱਤਾ ਕਥਨ ਪੂਰਨ ਸੰਖਿਆਵਾਂ ਦੇ ਹੇਠ ਲਿਖੇ ਕਿਹੜੇ ਗੁਣ ਨੂੰ ਸੰਤੁਸ਼ਟ ਕਰਦਾ ਹੈ। 3 + 5 = 5 + 3 given statement shows which of the following property of whole numbers। ठीक है, ਇਹ ਸਾਡੇ ਕੋਲ A B C D 4 ਜਿਹੜੀਆਂ ਆਪਸ਼ਨਸ ਦਿੱਤੀਆਂ ਹੋਈਆਂ ਨੇ। पहला जोड़ा साडे कोल है ए पार्ट वो है समापन गुण, क्लोजर प्रॉपर्टी। बी है जोड़ दा क्रम वटांदरा गुण, कॉम्यूटेटिविटी ऑफ एडिशन। सी पार्ट है गुणन दा क्रम वटांदरा गुण, कॉम्यूटेटिविटी ऑफ मल्टीप्लीकेशन। डी ऑप्शन है नन ऑफ दीज के उपरोक्त दे विचों कोई भी नहीं। ठीक है, तो 3 + 5, चाहे 3 दे विच 5 जोड़ लो, चाहे 5 दे विच 3 जोड़ लो, दोनों का जिहड़ा उत्तर है वो हमेशा 8 रहिंदा है। ਇਹਨੂੰ ਅਸੀਂ ਬੋਲਦੇ ਹਾਂ ਜੋੜ ਅਸੀਂ ਕਰ ਰਹੇ ਹਾਂ 2 ਪੂਰਨ ਸੰਖਿਆਵਾਂ ਦਾ, ਹੋਲ ਨੰਬਰਸ ਦਾ, ਤਾਂ ਅਸੀਂ ਇਹਨਾਂ ਦਾ ਕ੍ਰਮ ਜਿਹੜਾ ਚੇਂਜ ਕੀਤਾ ਹੈ, ਫਿਰ ਵੀ ਸਾਡੇ ਕੋਲ ਜੋੜ ਜਿਹੜਾ ਉਹ ਬਰਾਬਰ ਹੀ ਆਉਂਦਾ। ਠੀਕ ਹੈ, तो ਜੋੜ ਦਾ ਕ੍ਰਮ ਵਟਾਂਦਰਾ ਗੁਣ ਅਸੀਂ ਇਹਨੂੰ ਕਹਿੰਦੇ ਹਾਂ, ਜਾਂ ਕਮਿਊਟੇਟਿਵਿਟੀ ਆਫ ਐਡੀਸ਼ਨ ਕਹਿੰਦੇ ਹਾਂ। ਠੀਕ ਹੈ, ਹੋਲ ਨੰਬਰਸ ਦੇ ਵਿੱਚ। तो ਇਹਦੇ ਵਿੱਚ ਜਿਹੜਾ ਆਪਸ਼ਨ ਹੈ ਉਹ ਬੀ ਜਿਹੜੀ ਬਿਲਕੁਲ ਸਹੀ ਆਪਸ਼ਨ ਹੈ। तो ਪਹਿਲੇ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਬੀ ਹੋ ਜਾਏਗਾ। ਇਸ ਤੋਂ ਬਾਅਦ ਦੂਸਰਾ ਸਵਾਲ ਸਾਡੇ ਕੋਲ ਹੈ ਕਿਹੜਾ ਵਿਅੰਜਕ ਦਿੱਤੀ ਸੰਖਿਆ ਰੇਖਾ ਦੁਆਰਾ ਹੱਲ ਕੀਤਾ ਜਾ ਸਕਦਾ ਹੈ। which expression can be solved by given number line। ਠੀਕ ਹੈ, ਇਹ ਸਾਡੇ ਕੋਲ ਐਕਸਪ੍ਰੈਸ਼ਨਸ ਦਿੱਤੇ ਹੋਏ ਨੇ। 655 ਘਟਾਓ 148, 655 ਜਮਾ 184, 655 ਜਮਾ 148, 655 ਜਮਾ 481। तो ਅਸੀਂ ਦੇਖਦੇ ਹਾਂ ਕਿ ਜਿਹੜੀ ਸਾਨੂੰ ਨੰਬਰ ਲਾਈਨ ਦਿੱਤੀ ਹੈ ਇਹਦੇ ਉੱਤੇ ਸਾਨੂੰ ਕੀ ਦਰਸਾਇਆ ਗਿਆ। ਨੰਬਰ ਲਾਈਨ ਦੇ ਵਿੱਚ ਇਹ ਸਾਡੇ ਕੋਲ 655 ਹੈ। ठीक है, अगर तुसी देख सको तो 655 ਦੇ ਵਿੱਚ 100 ਜਦੋਂ ਜੋੜਦੇ ਆ ਤਾਂ ਇਹ 755 ਬਣ ਜਾਂਦਾ ਹੈ। 755 ਦੇ ਵਿੱਚ ਜਦੋਂ ਅਸੀਂ 80 ਜੋੜਦੇ ਆ ਤਾਂ ਇਹ ਸਾਡੇ ਕੋਲ 835 ਬਣ ਜਾਂਦਾ ਹੈ। 835 ਦੇ ਵਿੱਚ ਫਿਰ 4 ਜੋੜੇ ਤੇ ਇਹ ਸਾਡੇ ਕੋਲ 839 ਬਣ ਜਾਂਦਾ ਹੈ। ਠੀਕ ਹੈ, तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ 655 ਦੇ ਵਿੱਚ ਸੰਖਿਆਵਾਂ ਜੁੜ ਰਹੀਆਂ ਨੇ। ਇਹਦਾ ਮਤਲਬ ਇਹ ਪਾਰਟ ਤਾਂ ਹੋ ਨਹੀਂ ਸਕਦਾ, ਕਿਉਂਕਿ 655 ਦੇ ਵਿੱਚੋਂ ਇਹਦੇ ਵਿੱਚ 148 ਜਿਹੜਾ ਉਹ ਘਟਾਇਆ ਜਾ ਰਿਹਾ। ਠੀਕ ਹੈ, तो ਇਹ ਸਾਡੇ ਕੋਲ ਉੱਤਰ ਨਹੀਂ ਹੈ। बी डी ਅਤੇ C ਦੇ ਵਿੱਚੋਂ ਹੁਣ ਕਿਹੜਾ ਉੱਤਰ ਸਾਡੇ ਕੋਲ ਇੱਥੇ ਸਹੀ ਰਹੇਗਾ, ਉਹਦੇ ਲਈ ਅਸੀਂ ਕੀ ਕਰਾਂਗੇ। ਜਿਹੜੀਆਂ ਸੰਖਿਆਵਾਂ 655 ਦੇ ਵਿੱਚ ਅਸੀਂ ਜੋੜੀਆਂ ਨੇ, 655 ਦੇ ਵਿੱਚ ਪਹਿਲਾਂ 100 ਜੋੜੇ, ਫਿਰ 655 ਦੇ ਵਿੱਚ 80 ਜੋੜੇ ਨੇ, ਫਿਰ 655 ਦੇ ਵਿੱਚ 4 ਜੋੜੇ ਨੇ। ਠੀਕ ਹੈ, तो कुल कितनी संख्या है जी असी 655 ਦੇ ਵਿੱਚ ਜੋੜੀ है, ਉਹ ਜਿਹੜੀਆਂ ਸੰਖਿਆਵਾਂ ਦਾ ਜੋੜ है ਉਹ ਅਸੀਂ ਕਰ ਲਈਏ ਤਾਂ ਸਾਡੇ ਕੋਲ 100 ਜਮਾ 80 ਜਮਾ 4 184 ਬਣ ਜਾਂਦੇ ਨੇ। ਕਹਿਣ ਦਾ ਭਾਵ ਹੈ ਕਿ ਨੰਬਰ ਲਾਈਨ ਦੇ ਉੱਤੇ ਅਸੀਂ 655 ਦੇ ਵਿੱਚ 184 ਜੋੜੇ ਨੇ, ਫਿਰ ਇਹ ਸਾਡੇ ਕੋਲ 839 ਬਣੇ ਨੇ। तो ਇਹਨਾਂ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਬੀ ਆਪਸ਼ਨ ਜਿਹੜੀ ਉਹ ਬਿਲਕੁਲ सही है। सही उत्तर है ਸਾਡੇ ਕੋਲ 655 ਦੇ ਵਿੱਚ 184 ਜੋੜੇ ਦਾ ਜਿਹੜਾ ਜੋੜ ਹੈ ਉਹ ਸਾਨੂੰ ਇਸ ਨੰਬਰ ਲਾਈਨ ਦੇ ਉੱਤੇ, ਇਸ ਸੰਖਿਆ ਰੇਖਾ ਦੇ ਉੱਤੇ ਦਰਸਾਇਆ ਗਿਆ ਹੈ। ਉਹ ਅਲੱਗ ਗੱਲ ਹੈ ਕਿ 184 ਨੂੰ ਇੱਕ ਵਾਰ ਨਹੀਂ ਜੋੜਿਆ ਗਿਆ, 3 ਵਾਰ ਕਰਕੇ ਜੋੜਿਆ ਗਿਆ। ਪਹਿਲਾਂ 100 ਜੋੜੇ ਗਏ, ਫਿਰ 80 ਜੋੜੇ ਗਏ ਤੇ ਫਿਰ 4 ਜੋੜੇ ਗਏ। ਠੀਕ ਹੈ, तो ਇਹ ਸਾਡੇ ਕੋਲ ਬੀ ਆਪਸ਼ਨ ਜਿਹੜਾ ਹੈ, 20 ਵਿਕਲਪ ਹੈ, ਉਹ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ। तो ਇਸ ਤੋਂ ਬਾਅਦ ਅਗਲਾ ਸਵਾਲ ਦੇਖਦੇ ਹਾਂ, ਤੀਜਾ। अगला सवाल साडे कोल है इन्हां विचों किहड़ी संख्या भाज है। विच ऑफ द फॉलोइंग नंबर्स इज कंपोजिट
तो ਆਪਾਂ ਅਭਾਜ ਸੰਖਿਆਵਾਂ ਤੇ ਭਾਜ ਸੰਖਿਆਵਾਂ ਦੇ ਬਾਰੇ ਪੜ੍ਹ ਚੁੱਕੇ ਹਾਂ, ਪ੍ਰਾਈਮ ਨੰਬਰਸ ਤੇ ਕੰਪੋਜ਼ਿਟ ਨੰਬਰਸ। तो ਜਿਹੜੀਆਂ ਸੰਖਿਆਵਾਂ 2 ਦੇ ਪਹਾੜੇ ਵਿੱਚ, ਜਿਹੜੀਆਂ ਸੰਖਿਆਵਾਂ ਕਿਸੇ ਨਾ ਕਿਸੇ ਸੰਖਿਆ ਦੇ ਪਹਾੜੇ ਦੇ ਵਿੱਚ ਆ ਜਾਂਦੀਆਂ ਨੇ, ਉਹ ਸੰਖਿਆਵਾਂ ਨੂੰ ਅਸੀਂ ਭਾਜ ਸੰਖਿਆਵਾਂ ਬੋਲਦੇ ਹਾਂ। ਅਭਾਜ ਸੰਖਿਆਵਾਂ ਸਾਡੇ ਕੋਲ ਹੁੰਦੀਆਂ ਪ੍ਰਾਈਮ ਨੰਬਰਸ ਹੁੰਦੇ ਜਿਹੜੀਆਂ ਕਿਸੇ ਵੀ ਹੋਰ ਸੰਖਿਆ ਦੇ ਪਹਾੜੇ ਵਿੱਚ ਨਹੀਂ ਹੁੰਦੀਆਂ, ਠੀਕ ਹੈ। ਤਾਂ ਇਹਦੇ ਵਿੱਚ ਇਹ ਸਾਡੇ ਕੋਲ 4 ਆਪਸ਼ਨਸ ਨੇ। 7 ਜਿਹੜਾ ਇਹ ਸਾਡੇ ਕੋਲ ਅਭਾਜ ਸੰਖਿਆ ਹੈ, ਕਿਉਂਕਿ 7 ਸਿਰਫ 7 ਦੇ ਪਹਾੜੇ ਵਿੱਚ ਆਉਂਦਾ ਜਾਂ 1 ਦੇ ਪਹਾੜੇ ਵਿੱਚ ਆਉਂਦਾ। 23 20 ਸਾਡੇ ਕੋਲ ਅਭਾਜ ਸੰਖਿਆ ਹੈ, ਤਾਂ ਇਹ ਵੀ ਸਾਡਾ ਉੱਤਰ ਨਹੀਂ ਹੋਏਗਾ। तो 81 ਤੇ 93, 81 ਜਿਹੜਾ ਹੈ ਇਹ 9 ਦੇ ਪਹਾੜੇ ਵਿੱਚ ਵੀ ਆ ਜਾਂਦਾ ਹੈ, ਇਹ ਸਾਡੇ ਕੋਲ 27 ਦੇ ਪਹਾੜੇ ਵਿੱਚ ਵੀ ਆ ਜਾਂਦਾ, 3 ਦੇ ਪਹਾੜੇ ਵਿੱਚ ਵੀ ਆ ਜਾਂਦਾ। ਤਾਂ ਆਪਾਂ ਕਹਿ ਸਕਦੇ ਹਾਂ 81 ਜਿਹੜਾ ਇਹ ਕੰਪੋਜ਼ਿਟ ਨੰਬਰ ਹੈ। ਤੇ 93 ਜਿਹੜਾ ਹੈ ਇਹਨੂੰ 20 ਅਸੀਂ 3 ਦੇ ਨਾਲ ਭਾਗ ਕਰ ਸਕਦੇ ਹਾਂ, ਇਹ 20 ਸਾਡੇ ਕੋਲ ਕੰਪੋਜ਼ਿਟ ਨੰਬਰ ਹੈ। ਤਾਂ ਇਹ ਸਵਾਲ ਦੇ ਸਾਡੇ ਕੋਲ ਇੱਕ ਤੋਂ ਜ਼ਿਆਦਾ ਉੱਤਰ ਜਿਹੜੇ ਇੱਥੇ ਮੌਜੂਦ ਨੇ, ਠੀਕ ਹੈ। ਇਹ ਕ੍ਰੋਸ ਅਸੀਂ ਲਗਾਉਣਾ ਨਹੀਂ ਹੈ, ਸਿਰਫ ਤੁਹਾਨੂੰ ਦੱਸਣ ਵਾਸਤੇ ਸੀਗਾ कि 7 ਜਿਹੜਾ ਅਭਾਜ ਸੰਖਿਆ ਹੈ, 23 ਵੀ ਅਭਾਜ ਸੰਖਿਆ ਹੈ, 81 ਅਭਾਜ ਸੰਖਿਆ नहीं है, ਇਹ ਭਾਜ ਸੰਖਿਆ ਹੈ, ਕੰਪੋਜ਼ਿਟ ਨੰਬਰ ਹੈ। 93 ਵੀ ਅਭਾਜ ਸੰਖਿਆ ਹੈ, ਕੰਪੋਜ਼ਿਟ ਨੰਬਰ ਹੈ, ਠੀਕ ਹੈ। तो ਇਸ ਤੋਂ ਬਾਅਦ ਅਗਲਾ ਸਵਾਲ ਦੇਖਦੇ ਹਾਂ। ਹੇਠਾਂ ਦਿੱਤੀਆਂ ਸੰਪੂਰਨ ਸੰਖਿਆਵਾਂ ਦਾ ਵੱਧਦਾ ਕ੍ਰਮ ਹੋਵੇਗਾ। which of the following is representing the numbers in ascending order? ਇਹ ਸਾਡੇ ਕੋਲ ਸੰਖਿਆਵਾਂ ਨੇ 5 -6 -8 ਤੇ 0, ਇਹਨਾਂ ਨੂੰ ਵੱਧਦੇ ਕ੍ਰਮ ਦੇ ਵਿੱਚ ਲਿਖਣਾ ਹੈ। ਭਾਵ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਛੋਟੀ ਜਿਹੜੀ ਸੰਖਿਆ ਲਿਖਾਂਗੇ, ਫਿਰ ਉਸ ਤੋਂ ਬਾਅਦ ਅੱਗੇ ਵੱਡੀ ਤੇ ਵੱਡੀ ਤੇ ਵੱਡੀ, ਹੈ ਨਾ। ਤਾਂ ਇਹਨਾਂ ਦੇ ਵਿੱਚ ਸਭ ਤੋਂ ਛੋਟੀਆਂ ਜਿਹੜੀਆਂ ਛੋਟੀਆਂ ਸੰਖਿਆਵਾਂ ਹੁੰਦੀਆਂ ਉਹ ਸਾਡੇ ਕੋਲ ਘਟਾਓ ਵਾਲੀਆਂ ਸੰਖਿਆਵਾਂ, ਜਿਹੜੀਆਂ ਛੋਟੀਆਂ ਸੰਖਿਆਵਾਂ ਹੁੰਦੀਆਂ, ਜੇ ਤੁਹਾਨੂੰ ਜਿਹੜਾ ਨੰਬਰ ਲਾਈਨ ਹੈ ਉਹ ਤੁਹਾਡੇ ਧਿਆਨ ਦੇ ਵਿੱਚ ਹੋਏ, ਸੰਖਿਆ ਰੇਖਾ ਦੇ ਉੱਤੇ ਜਦੋਂ ਅਸੀਂ ਜਿਹੜੀਆਂ ਸੰਖਿਆਵਾਂ ਨੂੰ ਦਰਸਾਉਂਦੇ ਹਾਂ, ਤਾਂ ਉਹਦੇ ਵਿੱਚ ਸਭ ਤੋਂ ਵਿਚਕਾਰ ਜਿਹੜਾ ਸਾਡੇ ਕੋਲ ਇਹ 0 ਹੁੰਦਾ ਹੈ। 0 ਤੋਂ ਬਾਅਦ ਅਗਰ ਸੱਜੇ ਪਾਸੇ ਚੱਲਦੇ ਹਾਂ ਤਾਂ 1 2 3 4 ਤੇ 5 ਇਸ ਢੰਗ ਦੇ ਨਾਲ ਸੰਖਿਆਵਾਂ ਚੱਲਦੀਆਂ ਨੇ। ਔਰ ਖੱਬੇ ਪਾਸੇ ਜੇਕਰ ਜਾਈਏ ਤਾਂ ਇਹ ਸਾਡੇ ਕੋਲ -1 -2 -3 -4 -5 ਇਸ ਢੰਗ ਦੇ ਨਾਲ ਸੰਖਿਆਵਾਂ ਚੱਲਦੀਆਂ ਨੇ। ਤਾਂ ਜਿਹੜੀ ਸੰਖਿਆ ਸਾਡੇ ਕੋਲ ਖੱਬੇ ਪਾਸੇ ਆਏਗੀ ਉਹ ਸੰਖਿਆ ਛੋਟੀ ਹੋਏਗੀ, ਔਰ ਜਿਹੜੀ ਸੰਖਿਆ ਵੱਡੇ ਸੱਜੇ ਪਾਸੇ ਆਏਗੀ ਉਹ ਸੰਖਿਆ ਵੱਡੀ ਹੋਏਗੀ। ਤਾਂ 0 ਤੋਂ ਛੋਟੀਆਂ ਸੰਖਿਆਵਾਂ ਨੂੰ ਅਸੀਂ ਰਿਣਾਤਮਕ ਸੰਖਿਆਵਾਂ ਮੰਨਦੇ ਹਾਂ, ਠੀਕ ਹੈ, ਮਾਈਨਸ ਦੀਆਂ। ਔਰ 0 ਤੋਂ ਵੱਡੀਆਂ ਸੰਖਿਆਵਾਂ ਜਿਹੜੀਆਂ ਉਹ ਧਨਾਤਮਕ ਸੰਖਿਆਵਾਂ ਹੁੰਦੀਆਂ ਨੇ। तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ -6 ਹੈ ਸਾਡੇ ਕੋਲ ਤੇ -8 ਹੈ। ਤਾਂ ਅਸੀਂ ਦੇਖਦੇ ਹਾਂ ਕਿ -5 ਜਿਹੜਾ ਉਹ -4 ਤੋਂ ਛੋਟਾ ਹੈ, -4 -3 ਤੋਂ ਛੋਟਾ ਹੈ। ਤਾਂ ਇੱਥੋਂ ਸਾਨੂੰ ਦੇਖ ਕੇ ਪਤਾ ਲੱਗਦਾ ਹੈ ਕਿ -8 ਜਿਹੜਾ ਹੈ -6 ਤੋਂ ਵੀ ਛੋਟਾ ਹੋਏਗਾ। ਸੋ ਸਭ ਤੋਂ ਛੋਟੀ ਸੰਖਿਆ ਦੇ ਵਿੱਚ -8 ਹੈ, ਉਸ ਤੋਂ ਬਾਅਦ ਸੰਖਿਆ ਜਿਹੜੀ -6 ਨੇ, ਉਸ ਤੋਂ ਬਾਅਦ ਫਿਰ ਸਾਡੇ ਕੋਲ 0 ਆਏਗਾ ਤੇ 0 ਤੋਂ ਬਾਅਦ ਫਿਰ ਧਨਾਤਮਕ ਸੰਖਿਆ ਜਿਹੜੀ ਹੈ ਉਹ 5 ਆਏਗੀ। तो ਇਹ ਸਾਡੇ ਕੋਲ ਅਸੈਂਡਿੰਗ ਆਰਡਰ ਬਣੇਗਾ, ਵੱਧਦਾ ਕ੍ਰਮ ਬਣੇਗਾ ਦਿੱਤੀਆਂ ਹੋਈਆਂ ਸੰਖਿਆਵਾਂ ਦਾ। ਤਾਂ ਦੇਖਦੇ ਆਪਾਂ ਕਿਹੜੀ ਆਪਸ਼ਨ ਜਿਹੜੀ ਸਾਡੇ ਕੋਲ ਸਹੀ ਹੈ। ਤਾਂ ਅਸੀਂ ਦੇਖ ਸਕਦੇ ਹਾਂ ਸੀ ਆਪਸ਼ਨ ਜਿਹੜੀ ਹੈ ਉਹ ਬਿਲਕੁਲ ਸਹੀ ਜਵਾਬ ਹੈ ਇਸ ਸਵਾਲ ਦਾ, ਠੀਕ ਹੈ ਸਟੂਡੈਂਟਸ। ਇਸ ਤੋਂ ਬਾਅਦ ਅਗਲਾ 5ਵਾਂ ਸਵਾਲ ਹੈ, ਕਿਹੜਾ 1/7 ਘਟਾਓ 1/8 ਨੂੰ ਹੱਲ ਕਰਨ ਦਾ ਸਹੀ ਤਰੀਕਾ ਹੈ, ਠੀਕ ਹੈ। तो ਇਹਦੇ ਵਿੱਚ ਸਾਨੂੰ ਤਰੀਕੇ ਦਿੱਤੇ ਹੋਏ ਨੇ ਥੱਲੇ। which of the following is correct method to solve 1/7 - 1/8? तो ਪਹਿਲੇ ਵਿਕਲਪ ਦੇ ਵਿੱਚ ਕੀ ਕੀਤਾ ਗਿਆ ਹੈ, ਅੰਸ਼ ਦੇ ਵਿੱਚੋਂ ਅੰਸ਼ ਨੂੰ ਘਟਾ ਦਿੱਤਾ, ਹਰ ਦੇ ਵਿੱਚੋਂ ਹਰ ਨੂੰ ਘਟਾ ਦਿੱਤਾ। ਇਹ ਤਰੀਕਾ ਜਿਹੜਾ ਗਲਤ ਹੈ। ਇਸ ਢੰਗ ਦੇ ਨਾਲ ਅਸੀਂ ਘਟਾਓ ਭਿੰਨਾਂ ਦੀ ਨਹੀਂ ਕਰਦੇ, ਜਾਂ ਪਰਮੇਸ਼ ਸੰਖਿਆਵਾਂ ਦੀ ਘਟਾਓ ਇਸ ਢੰਗ ਦੇ ਨਾਲ ਅਸੀਂ ਨਹੀਂ ਕਰ ਸਕਦੇ। ਸਿਰਫ ਅੰਸ਼ ਨੂੰ ਇੱਕ ਬਰਾਬਰ ਸੀ 1 ਲਿਖ ਲਿਆ, ਹਰ ਨੂੰ ਹਰ ਦੇ ਵਿੱਚੋਂ ਘਟਾ ਦਿੱਤਾ, ਇਹ ਵੀ ਗਲਤ ਹੈ, ਇਹ ਵੀ ਸੰਭਵ ਨਹੀਂ ਹੈ। 8 ਘਟਾਓ 7/8 ਗੁਣਾ 7, ਇਹ ਦੇਖਦੇ ਹਾਂ। ਜਦੋਂ ਅਸੀਂ 1/7 ਘਟਾਓ 1/8 ਕਰਾਂਗੇ ਤਾਂ 8 ਨੂੰ ਅਸੀਂ ਪਹਿਲਾਂ ਇੱਧਰ ਗੁਣਾ ਕਰਾਂਗੇ, 8 ਨੂੰ ਗੁਣਾ ਕਰਾਂਗੇ ਅਸੀਂ 1 ਦੇ ਨਾਲ, ਤਾਂ ਇਹ ਸਾਡੇ ਕੋਲ 8 ਹੋ ਜਾਏਗਾ, 8 × 8। ਇਸ ਤੋਂ ਬਾਅਦ 7 ਨੂੰ 1 ਨਾਲ ਗੁਣਾ ਕਰਾਂਗੇ, 7 × 7 ਹੋ ਜਾਏਗਾ। ਔਰ ਹੇਠਾਂ ਸਾਡੇ ਕੋਲ ਆ ਜਾਏਗਾ 7 ਤੇ 8 ਦੀ ਗੁਣਾ, 8 7 56, ਠੀਕ ਹੈ। ਤਾਂ ਇਹਦਾ ਮਤਲਬ ਇਹ ਜਿਹੜੀ ਸੀ ਆਪਸ਼ਨ ਹੈ ਬਿਲਕੁਲ ਸਹੀ ਆਪਸ਼ਨ ਹੈ, ਠੀਕ ਹੈ। ਇਹ ਸਾਡੇ ਕੋਲ ਸਹੀ ਉੱਤਰ ਹੈ। ਡੀ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ 8 ਘਟਾਓ 7 ਦੀ ਜਗ੍ਹਾ ਤੇ ਇੱਥੇ 7 ਘਟਾਓ 8 ਲਿਖਿਆ ਹੋਇਆ, ਠੀਕ ਹੈ। 7 ਘਟਾਓ 8 ਤਾਂ ਆਣਾ ਸੀ ਜੇਕਰ 1/8 ਦੇ ਵਿੱਚੋਂ ਅਸੀਂ 1/7 ਨੂੰ ਮਾਈਨਸ ਕਰਦੇ, ਤਾਂ ਇਹ ਉੱਤਰ ਵੀ ਗਲਤ ਹੈ, ਠੀਕ ਹੈ। ਤਾਂ ਅਸੀਂ ਸਹੀ ਦੇ ਨਾਲ ਨਾਲ ਜਿਹੜੇ ਉੱਤਰ ਗਲਤ ਨੇ ਉਹ ਕਿਉਂ ਗਲਤ ਨੇ ਉਹ ਵੀ ਡਿਸਕਸ ਕਰ ਰਹੇ ਹਾਂ, ਠੀਕ ਹੈ ਸਟੂਡੈਂਟਸ। ਤਾਂ ਅਗਲਾ ਸਵਾਲ ਦੇਖਦੇ ਹਾਂ। ਅਗਲਾ ਸਵਾਲ ਸਾਡੇ ਕੋਲ ਹੈ, ਹੇਠ ਦਿੱਤੇ ਪੈਟਰਨ ਨੂੰ ਧਿਆਨ ਨਾਲ ਦੇਖੋ ਅਤੇ ਦੱਸੋ ਕਿ ਪੈਟਰਨ ਵਿੱਚ ਅਗਲਾ ਪਦ ਕੀ ਹੋਵੇਗਾ। After observing the following pattern carefully, what will be the next step in pattern? तो ਇਹ ਸਾਡੇ ਕੋਲ ਸੰਖਿਆਵਾਂ ਦਿੱਤੀਆਂ ਹੋਈਆਂ ਨੇ 13/14 14/15 15/16 16/17। तो ਅਗਲੀ ਸੰਖਿਆ ਕੀ ਹੋਏਗੀ ਸਾਨੂੰ ਬੜੀ ਆਸਾਨੀ ਦੇ ਨਾਲ ਸਮਝ
ਆਉਣਾ ਚਾਹੀਦਾ ਹੈ ਕਿ ਹਰ ਇੱਕ ਸੰਖਿਆ ਦੇ ਵਿੱਚ ਅਗਲੀ ਸੰਖਿਆ ਦੇ ਵਿੱਚ ਜਦੋਂ ਲਿਖਦੇ ਹਾਂ ਤਾਂ ਅੰਸ਼ ਦੇ ਵਿੱਚ ਵੀ ਇੱਕ ਜੋੜ ਦਿੱਤਾ ਜਾਂਦਾ ਹੈ, ਹਰ ਦੇ ਵਿੱਚ ਵੀ ਇੱਕ ਜੋੜ ਦਿੱਤਾ ਜਾਂਦਾ ਹੈ। ਅੰਸ਼ ਦੇ ਵਿੱਚ ਇੱਕ ਜੋੜਿਆ 13 ਦਾ 14 ਹੋ ਗਿਆ, ਹਰ ਦੇ ਵਿੱਚ ਇੱਕ ਜੋੜਿਆ 14 ਦਾ 15 ਹੋ ਗਿਆ, ਠੀਕ ਹੈ। ਤਾਂ ਇਸੇ ਢੰਗ ਦੇ ਨਾਲ 14 ਦੇ ਵਿੱਚ ਇੱਕ ਜੋੜਿਆ 15 ਹੋ ਗਿਆ, 15 ਚ ਇੱਕ ਜੋੜਿਆ 16 ਹੋ ਗਿਆ। तो 17/16 ਤੋਂ ਅਗਲੀ ਜਿਹੜੀ ਸੰਖਿਆ ਉਹ ਸਾਡੇ ਕੋਲ ਕੀ ਬਣ ਜਾਏਗੀ 17/18। 16 ਚ ਇੱਕ ਜੋੜਿਆ 17, 17 ਚ ਇੱਕ ਜੋੜਿਆ 18। तो ਇਹਦੇ ਵਿੱਚ ਸਾਡੇ ਕੋਲ ਜਿਹੜੀ ਬੀ ਆਪਸ਼ਨ ਹੈ ਉਹ ਇਸ ਸਵਾਲ ਦਾ ਸਹੀ ਜਵਾਬ ਹੈ, ਠੀਕ ਹੈ। ਇਸ ਤੋਂ ਬਾਅਦ 7ਵਾਂ ਸਵਾਲ ਸਾਡੇ ਕੋਲ ਹੈ ਚਿੱਤਰ ਅਨੁਸਾਰ k ਦਾ ਮੁੱਲ ਕੀ ਹੋਵੇਗਾ। ਸਾਨੂੰ ਉੱਥੇ ਡਾਇਗਰਾਮ ਦਿੱਤੀ ਹੋਈ ਹੈ, ਇੱਕ ਨੰਬਰ ਲਾਈਨ ਦਿੱਤੀ ਹੋਈ ਹੈ, ਠੀਕ ਹੈ। ਔਰ ਸੰਖਿਆ ਰੇਖਾ ਦੇ ਉੱਤੇ ਨੰਬਰ ਕੁਝ ਅੰਕਿਤ ਕੀਤੇ ਹੋਏ ਨੇ, ਜਿਵੇਂ 5 ਹੈ, ਫਿਰ ਇਹ 6 ਹੈ ਤੇ 6 ਤੋਂ ਬਾਅਦ ਇਹ ਸਾਡੇ ਕੋਲ 7 ਹੈ। तो ਇਹ ਸਾਡੇ ਕੋਲ k ਦਾ ਕੀ ਮੁੱਲ ਹੋਵੇਗਾ, ਇੱਥੇ ਇਹ ਚੀਜ਼ ਅਸੀਂ ਪਤਾ ਇਹਦੇ ਵਿੱਚ ਕਰਨੀ ਹੈ। तो ਇਸ ਨੰਬਰ ਲਾਈਨ ਦੇ ਉੱਤੇ ਸੰਖਿਆ ਰੇਖਾ ਦੇ ਉੱਤੇ ਇਹ ਸਾਡੇ ਕੋਲ 5 ਹੈ ਤੇ ਇਹ ਸਾਡੇ ਕੋਲ 6 ਹੈ, 6 ਤੋਂ ਬਾਅਦ ਅੱਗੇ 7 ਹੈ। तो ਅਸੀਂ ਦੇਖ ਸਕਦੇ ਹਾਂ 5 ਤੋਂ 6 ਤੱਕ ਦੇ ਜਿਹੜੇ ਸਾਡੇ ਕੋਲ ਹਿੱਸੇ ਨੇ ਉਹ ਇੱਥੇ 5 ਹਿੱਸੇ ਇਹਦੇ ਕੀਤੇ ਗਏ ਨੇ, 1 2 3 4 ਤੇ 5 ਹਿੱਸੇ ਦੇ ਕੀਤੇ ਗਏ ਨੇ ਇਸੇ ਢੰਗ ਦੇ ਨਾਲ। 6 ਤੋਂ 7 ਦੇ ਤੱਕ ਦਾ ਜਿਹੜਾ ਸਾਡੇ ਕੋਲ ਨੰਬਰ ਦੇ ਵਿੱਚ ਦੂਰੀ ਹੈ ਉਹਦੇ ਵੀ 5 ਹਿੱਸੇ ਜਿਹੜੇ ਬਰਾਬਰ ਉਹ ਕੀਤੇ ਗਏ ਨੇ। ਸੋ 6 ਤੇ 5 ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਸਾਡੇ ਕੋਲ ਹੈ 1 ਦਾ, ਠੀਕ ਹੈ ਨਾ। 6 ਤੋਂ 5 ਤੱਕ ਇੱਕ ਦਾ ਹੀ ਫਰਕ ਹੈ ਸਾਡੇ ਕੋਲ। तो 1 ਦੇ ਹਿੱਸੇ ਅੱਗੇ ਕੀਤੇ ਗਏ ਨੇ 5 ਹਿੱਸੇ ਦਾ ਭਾਵ ਹੈ 1 ਨੂੰ ਅਸੀਂ 5 ਦੇ ਨਾਲ ਭਾਗ ਕਰ ਦਈਏ। तो ਜਦੋਂ ਅਸੀਂ 1 ਨੂੰ 5 ਦੇ ਨਾਲ ਭਾਗ ਕਰਾਂਗੇ ਇਹ ਸਾਡੇ ਕੋਲ ਬਣ ਜਾਏਗਾ 0.2 0.2। ਇਹਦਾ ਮਤਲਬ ਇਹ ਜਿਹੜਾ ਹਰ ਨੰਬਰ ਹੈ, ਹਰ ਇੱਕ ਜਿਹੜਾ ਇਹ ਨਿਸ਼ਾਨ ਹੈ ਉਸ ਨਿਸ਼ਾਨ ਦੇ ਉੱਤੇ ਜਿਹੜੀ ਸੰਖਿਆ ਹੈ ਉਹ 0.2 ਵੱਧ ਜਾਂਦੀ ਹੈ। ਜਿਵੇਂ ਇਹ ਜਿਹੜਾ ਪਹਿਲਾ ਸਾਡੇ ਕੋਲ ਪਹਿਲਾ ਇਹ ਨਿਸ਼ਾਨ ਹੈ ਇਹਦੇ ਤੇ ਸਾਡੇ ਕੋਲ ਜਿਹੜੀ ਸੰਖਿਆ ਉਹ 5.2 ਹੋ ਜਾਏਗੀ। ਅਗਲੇ ਦੇ ਸਾਡੇ ਕੋਲ 5.4 ਹੋ ਜਾਏਗੀ, ਫਿਰ 2.2 ਇਨਕਰੀਜ਼ ਹੋ ਗਏ 5.4 5.8 ਤੇ ਇਸ ਤੋਂ ਬਾਅਦ 5.8 ਦੇ ਵਿੱਚ ਜਦੋਂ ਅਸੀਂ 0.2 ਨੂੰ ਐਡ ਕਰਾਂਗੇ ਸਾਡੇ ਕੋਲ 6 ਬਣ ਜਾਏਗਾ। ਸੋ ਅਸੀਂ ਦੇਖ ਸਕਦੇ ਹਾਂ ਕਿ k ਜਿਹੜਾ ਨੰਬਰ ਹੈ ਉਹ 5.6 ਨੂੰ ਦਰਸਾਉਂਦਾ ਹੈ 5.6 ਨੂੰ। तो ਇਹਦੇ ਵਿੱਚੋਂ ਡੀ ਆਪਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ। ਇਸ ਸਵਾਲ ਦਾ ਉੱਤਰ ਜਿਹੜਾ ਉਹ ਸਾਡੇ ਕੋਲ ਡੀ ਹੋਏਗਾ 5.6। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ 8ਵਾਂ 8/100 ਜਮਾ 9/1000 ਦਾ ਮੁੱਲ ਹੋਵੇਗਾ। What will be the value of 8/100 plus 9/1000? तो ਇਹਨੂੰ ਅਸੀਂ ਦੇਖ ਲੈਂਦੇ ਹਾਂ। 8 ਨੂੰ ਜਦੋਂ ਅਸੀਂ 100 ਦੇ ਨਾਲ ਭਾਗ ਕਰਦੇ ਹਾਂ ਤੇ 9 ਨੂੰ ਜਦੋਂ 1000 ਦੇ ਨਾਲ ਭਾਗ ਕਰਦੇ ਹਾਂ तो ਇਹਦੇ ਵਿੱਚ ਇਹ ਸਾਡੇ ਕੋਲ ਆਪਾਂ ਕਹਿ ਸਕਦੇ ਹਾਂ ਜਿਹੜੀ ਵੀ ਸੰਖਿਆ ਹੈ, ਜਿਸ ਵੀ ਸੰਖਿਆ ਦਾ ਇਹ ਸਾਨੂੰ ਵਿਸਤਾਰ ਦਿੱਤਾ ਹੋਇਆ ਉਸ ਸੰਖਿਆ ਦੇ ਵਿੱਚ ਜਿਹੜਾ 100ਵਾਂ ਅੰਕ ਹੈ ਉਹ 8 ਹੈ ਤੇ ਜਿਹੜਾ 1000ਵਾਂ ਅੰਕ ਹੈ ਉਹ 9 ਹੈ। तो 1000ਵਾਂ ਅੰਕ 9, 100ਵਾਂ ਅੰਕ ਜਿਹੜਾ ਸਾਡੇ ਕੋਲ 8 ਹੈ ਤੇ 10ਵਾਂ ਅੰਕ ਸਾਨੂੰ ਇੱਥੇ ਕੋਈ ਨਹੀਂ ਦਿੱਤਾ ਗਿਆ, ਉਹ ਅਸੀਂ 0 ਲਿਖ ਸਕਦੇ ਹਾਂ 0/10 ਤੇ 10ਵਾਂ ਅੰਕ ਜਿਹੜਾ ਸਾਡੇ ਕੋਲ 0 ਆ ਜਾਏਗਾ। ਇਸ ਤੋਂ ਅੱਗੇ ਜਿਹੜਾ ਸਾਡੇ ਕੋਲ ਫਿਰ ਇਹ ਦਸ਼ਮਲਵ ਆਏਗਾ, ਠੀਕ ਹੈ। तो ਇਹ ਜਿਹੜੀ ਸੰਖਿਆ ਹੈ ਸਾਨੂੰ ਜਿਸ ਸੰਖਿਆ ਨੂੰ ਇਹ ਸਾਨੂੰ ਇਹ ਦਰਸਾ ਰਹੀ ਨੇ ਇਹ ਵਾਲਾ ਐਕਸਪ੍ਰੈਸ਼ਨ ਉਹ ਸਾਡੇ ਕੋਲ 0.089 ਹੈ, ਠੀਕ ਹੈ। ਔਰ ਸਿੱਧਾ ਵੀ ਅਸੀਂ ਇਹਨੂੰ ਲਿਖ ਸਕਦੇ ਹਾਂ 8/100 ਜਮਾ 9/1000। 8/100 ਨੂੰ ਅਸੀਂ ਲਿਖ ਸਕਦੇ ਹਾਂ 0.08 ਕਿਉਂਕਿ ਥੱਲੇ ਸਾਡੇ ਕੋਲ 2 ਸਿਫਰਾਂ ਨੇ तो ਅੰਕ ਤੋਂ ਪਿੱਛੇ ਤੋਂ 2 ਅੰਕ ਛੱਡ ਕੇ ਜਿਹੜਾ ਦਸ਼ਮਲਵ ਲੱਗੇਗਾ। तो ਇੱਕ ਅੰਕ ਹੈ, ਦੂਸਰੇ ਅੰਕ ਦੇ ਲਈ ਸਾਨੂੰ ਇੱਥੇ 0 ਲਗਾਣੀ ਪਏਗੀ, ਉਸ ਦੇ ਅੱਗੇ ਜਿਹੜਾ ਦਸ਼ਮਲਵ ਆ ਜਾਏਗਾ। ਦਸ਼ਮਲਵ ਦੇ ਅੱਗੇ ਹਮੇਸ਼ਾ ਅਸੀਂ 0 ਲਗਾਣੀ ਹੈ ਜੇ ਸਾਡੇ ਕੋਲ ਕੋਈ ਵੀ ਸੰਖਿਆ ਇੱਥੇ ਨਹੀਂ ਹੈ। ਪਲੱਸ ਇਸੇ ਢੰਗ ਦੇ ਨਾਲ 9/1000 ਹੈ तो ਇੱਥੇ 3 ਅੰਕ ਛੱਡ ਕੇ ਜਿਹੜਾ ਦਸ਼ਮਲਵ ਲੱਗਣਾ ਹੈ तो 2 ਜ਼ੀਰੋਆਂ ਅਸੀਂ ਲਗਾ ਲਾਂਗੇ, ਇੱਕ 9 ਜਿਹੜਾ ਸਾਡੇ ਕੋਲ ਹੈ, ਠੀਕ ਹੈ। ਦੋਨਾਂ ਨੂੰ ਜੋੜਾਂਗੇ ਜਦੋਂ ਤਾਂ ਇਹ ਸਾਡੇ ਕੋਲ 0.08 0.009 ਜਦੋਂ ਵੀ ਦਸ਼ਮਲਵ ਵਾਲੀਆਂ ਸੰਖਿਆਵਾਂ ਨੂੰ ਅਸੀਂ ਜੋੜਦੇ ਹਾਂ ਤਾਂ ਦਸ਼ਮਲਵ ਦੇ ਹੇਠਾਂ ਹੀ ਦਸ਼ਮਲਵ ਅਸੀਂ ਰੱਖਣਾ ਹੁੰਦਾ, ਠੀਕ ਹੈ। ਜਿਹੜੀ ਸੰਖਿਆ ਇੱਥੇ ਖਾਲੀ ਜਗ੍ਹਾ ਹੈ ਇਹਦੇ ਨਾਲ ਅਸੀਂ 0 ਲਗਾ ਸਕਦੇ ਹਾਂ। तो ਇਹ ਸਾਡੇ ਕੋਲ 980.0 ਆ ਜਾਏਗਾ, ਠੀਕ ਹੈ। 0.089 0.089 ਇਹ ਸਾਡੇ ਕੋਲ ਉੱਤਰ ਹੈ। तो ਇਹ ਪਾਰਟ ਜਿਹੜਾ ਹੈ ਉਹ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ। ਇਸ ਤੋਂ ਬਾਅਦ ਅਗਲਾ ਸਵਾਲ ਹੈ ਸਾਡੇ ਕੋਲ 50 ਦਾ ਰੋਮਨ ਸੰਖਿਆ ਅੰਕ ਹੋਵੇਗਾ। ਇਹਨਾਂ ਦੇ ਵਿੱਚੋਂ ਕਿਹੜਾ ਅੰਕ ਹੈ ਜਿਹੜਾ 50 ਨੂੰ ਦਰਸਾਉਂਦਾ ਹੈ। तो ਇਹ ਸਾਡੇ ਕੋਲ 4 ਵਿਕਲਪ ਇੱਥੇ ਦਿੱਤੇ ਗਏ ਨੇ L, X, V ਤੇ C। ਇਹਦੇ ਵਿੱਚ ਇਹ ਵੀ ਅਸੀਂ ਦੱਸਾਂਗੇ ਕਿ ਕਿਹੜਾ ਰੋਮਨ ਨਿਊਮਰਲ ਹੈਗਾ ਜਿਹੜਾ 50 ਨੂੰ ਦਰਸਾਉਂਦਾ, ਨਾਲ ਬਾਕੀਆਂ ਦੇ ਬਾਰੇ ਵੀ ਗੱਲ ਆਪਾਂ ਕਰਦੇ ਹਾਂ। ਇਹਦੇ ਵਿੱਚ ਜਿਹੜਾ L ਹੈ ਸਾਡੇ ਕੋਲ L ਦਰਸਾਉਂਦਾ ਹੈ 50 ਨੂੰ। ਇਹ ਸਵਾਲ ਦਾ ਜਿਹੜਾ ਸਹੀ ਜਵਾਬ ਹੈ ਉਹ ਸਾਡੇ ਕੋਲ A ਹੈ, ਠੀਕ ਹੈ। ਔਰ ਜਿਹੜਾ X ਹੈ ਇਹ 10 ਨੂੰ ਦਰਸਾਉਂਦਾ ਹੈ, ਠੀਕ ਹੈ। ਇਹ ਸਾਡੇ ਕੋਲ 50 ਨੂੰ ਦਰਸਾਉਂਦਾ ਹੈ, X 10 ਨੂੰ ਦਰਸਾਉਂਦਾ ਹੈ ਔਰ V ਜਿਹੜਾ ਹੈ 5 ਨੂੰ ਦਰਸਾਉਂਦਾ ਹੈ ਤੇ C
ਔਰ ਸੈਂਚੁਰੀ ਇਹ ਸਾਡੇ ਕੋਲ 100 ਨੂੰ ਦਰਸਾਉਂਦਾ ਹੈ। ਠੀਕ ਹੈ, तो इस तरह ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ ਜਿਹੜਾ ਉਹ ਬਣਦਾ ਹੈ ए ਪਾਰਟ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ 40 ਮਿੰਟ 1 ਘੰਟੇ ਦੀ ਕਿਹੜੀ ਭਿੰਨ ਹੈ। what fraction of an hour is 40 minutes। तो 1 ਘੰਟੇ ਦੇ ਵਿੱਚ ਸਾਡੇ ਕੋਲ ਹੁੰਦੇ ਨੇ 60 ਮਿੰਟ। तो 40 ਘੰਟਿਆਂ ਨੂੰ ਜੇਕਰ ਅਸੀਂ ਬਦਲਣਾ ਹੋਵੇ ਘੰਟਿਆਂ ਦੇ ਵਿੱਚ, 40 ਮਿੰਟ ਨੂੰ ਜੇਕਰ ਅਸੀਂ ਘੰਟਿਆਂ ਦੇ ਵਿੱਚ ਬਦਲਣਾ ਹੋਵੇ तो 40 ਨੂੰ 60 ਦੇ ਨਾਲ ਭਾਗ ਕਰਨਾ ਪਏਗਾ। ਠੀਕ ਹੈ, तो 40 ਨੂੰ 60 ਨਾਲ ਭਾਗ ਕਰਾਂਗੇ ਤੇ 0 ਨਾਲ 0 ਕੱਟਿਆ ਜਾਏਗਾ, ਇਹ ਸਾਡੇ ਕੋਲ ਆਏਗਾ 4/6। ਫਿਰ ਅਸੀਂ ਇਹਨੂੰ 2 ਦੇ ਨਾਲ ਭਾਗ ਕਰ ਸਕਦੇ ਹਾਂ, 4 ਨੂੰ 2 ਨਾਲ ਭਾਗ ਕਰਾਂਗੇ 2 ਆ ਜਾਏਗਾ, 6 ਨੂੰ 2 ਨਾਲ ਭਾਗ ਕਰਾਂਗੇ ਸਾਡੇ ਕੋਲ 3 ਆ ਜਾਏਗਾ, ਤਾਂ 2/3। तो ਅਸੀਂ ਕਹਿ ਸਕਦੇ ਹਾਂ ਜਿਹੜੇ 40 ਮਿੰਟ ਨੇ ਇਹ 1 ਘੰਟੇ ਦੀ 2/3 ਭਿੰਨ ਹੈ। ਠੀਕ ਹੈ, 40 ਮਿੰਟ ਦਾ ਭਾਵ ਹੈ ਕਿ ਪੂਰੇ 1 ਘੰਟੇ ਦੇ ਜੇਕਰ ਅਸੀਂ 3 ਹਿੱਸੇ ਕਰ ਲਈਏ ਉਹਦੇ ਵਿੱਚੋਂ 2 ਹਿੱਸੇ ਜਿਹੜੇ ਹੈ ਉਹ 40 ਮਿੰਟ ਦੇ ਬਰਾਬਰ ਬਣ ਜਾਂਦੇ ਨੇ। तो इस सवाल का सही जवाब ਜਿਹੜਾ ਸਾਡੇ ਕੋਲ C ਆਏਗਾ। ठीक है, 2/3। 11ਵਾਂ ਸਵਾਲ ਸਾਡੇ ਕੋਲ ਬੱਚੋ ਹੈ 5 ਸੈਂਟੀਮੀਟਰ ਅਤੇ 2 ਮਿਲੀਮੀਟਰ ਨੂੰ ਦਸ਼ਮਲਵ ਦਾ ਪ੍ਰਯੋਗ ਕਰਕੇ ਕਿੰਨੇ ਸੈਂਟੀਮੀਟਰ ਵਿੱਚ ਲਿਖ ਸਕਦੇ ਹਾਂ। ਹਾਊ ਵਿਲ ਯੂ ਰਾਈਟ 4 ਸੈਂਟੀਮੀਟਰ ਐਂਡ 2 ਮਿਲੀਮੀਟਰ ਇਨ ਸੈਂਟੀਮੀਟਰ ਯੂਜ਼ਿੰਗ ਡੈਸੀਮਲਸ। तो ਮਿਲੀਮੀਟਰ ਨੂੰ ਜਦੋਂ ਅਸੀਂ ਸੈਂਟੀਮੀਟਰ ਦੇ ਵਿੱਚ ਕਨਵਰਟ ਕਰਦੇ ਹਾਂ, 1 ਸੈਂਟੀਮੀਟਰ ਦੇ ਵਿੱਚ ਸਾਡੇ ਕੋਲ 1 ਸੈਂਟੀਮੀਟਰ ਵਿੱਚ ਸਾਡੇ ਕੋਲ 10 ਮਿਲੀਮੀਟਰ ਹੁੰਦੇ ਆ। ठीक है, 10 मिलीमीटर। तो 1 मिलीमीटर च जेकर ਅਸੀਂ ਸੈਂਟੀਮੀਟਰ ਲਿਖਣੇ ਹੋਣ ਤਾਂ ਸਾਡੇ ਕੋਲ 1/10 ਸੈਂਟੀਮੀਟਰ ਬਣ ਜਾਂਦੇ ਨੇ। तो ਇੱਥੇ ਸਾਡੇ ਕੋਲ 2 ਮਿਲੀਮੀਟਰ ਹੈ, 2 ਮਿਲੀਮੀਟਰ ਨੂੰ ਜਦੋਂ ਅਸੀਂ ਸੈਂਟੀਮੀਟਰ ਚ ਕਨਵਰਟ ਕਰਾਂਗੇ ਤਾਂ 1/10 ਨੂੰ ਅਸੀਂ 2 ਦੇ ਨਾਲ ਗੁਣਾ ਕਰ ਦਾਂਗੇ, ਸਾਡੇ ਕੋਲ 2/10 ਆ ਜਾਏਗਾ। ਠੀਕ ਹੈ, ਔਰ 2/10 ਇਹ ਸਾਡੇ ਕੋਲ ਬਣੇਗਾ 0.2 ਸੈਂਟੀਮੀਟਰ। ਸੋ 2 ਮਿਲੀਮੀਟਰ ਨੂੰ ਅਸੀਂ ਲਿਖ ਸਕਦੇ ਹਾਂ 0.2 ਸੈਂਟੀਮੀਟਰ। ਹੁਣ ਇਹਦੇ ਵਿੱਚ ਸਾਡੇ ਕੋਲ ਹੈ 5 ਸੈਂਟੀਮੀਟਰ जमा 2 मिलीमीटर। ठीक है, 5 सेंटीमीटर का 5 सेंटीमीटर ही रहेगा, 2 मिलीमीटर ਨੂੰ ਅਸੀਂ ਲਿਖ ਸਕਦੇ ਹਾਂ 0.2 ਸੈਂਟੀਮੀਟਰ ਔਰ ਜਦੋਂ ਅਸੀਂ ਇਹਨੂੰ ਜੋੜਾਂਗੇ ਤਾਂ ਸਾਡੇ ਕੋਲ 5.2 ਸੈਂਟੀਮੀਟਰ ਬਣ ਜਾਏਗਾ। ਠੀਕ ਹੈ, तो ਇਸ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ A ਪਾਰਟ ਹੈ। ਠੀਕ ਹੈ, A 5.2 ਸੈਂਟੀਮੀਟਰ ਇਜ਼ ਦਾ ਰਾਈਟ ਆਨਸਰ ਆਫ ਦਿਸ ਕੁਐਸਚਨ। ਚਲੋ ਇਸ ਤੋਂ ਬਾਅਦ अगला सवाल देखते हैं 9 जमा -6 ਦਾ ਜੋੜਫਲ ਹੋਵੇਗਾ। what will be the addition of 9 plus ਬ੍ਰੈਕਟ ਦੇ ਵਿੱਚ -6 ਹੈ ਸਾਡੇ ਕੋਲ। ਠੀਕ ਹੈ, 9 ਨੂੰ 9 ਦੇ ਵਿੱਚ ਅਸੀਂ ਜੋੜ ਰਹੇ ਹਾਂ -6। ਤੋਂ ਜਦੋਂ ਵੀ ਸਾਡੇ ਕੋਲ ਇਸ ਢੰਗ ਦੇ ਨਾਲ ਦੋ ਜਿਹੜੇ ਆਪਰੇਸ਼ਨ ਨੇ ਮੌਲਿਕ ਸੰਕ੍ਰਿਆਵਾਂ ਨੇ ਜਿਵੇਂ ਜਮਾ ਤੇ ਘਟਾਓ ਇਹ ਇਕੱਠੀਆਂ ਹੋ ਜਾਂਦੀਆਂ ਨੇ, ਤੋਂ ਘਟਾਓ ਨੂੰ ਜਦੋਂ ਅਸੀਂ ਜਮਾ ਨੂੰ ਘਟਾਓ ਦੇ ਨਾਲ ਗੁਣਾ ਕਰਦੇ ਹਾਂ ਤਾਂ ਸਾਡੇ ਕੋਲ ਹਮੇਸ਼ਾ ਘਟਾਓ ਆਉਂਦਾ ਹੈ। ਠੀਕ ਹੈ, ਇਹ ਸਾਡੇ ਕੋਲ 9 ਘਟਾਓ 6 ਬਣ ਜਾਏਗਾ। तो 9 ਦੇ ਵਿੱਚੋਂ ਜੇਕਰ ਅਸੀਂ 6 ਘਟਾਵਾਂਗੇ ਤਾਂ ਇਹ ਸਾਡੇ ਕੋਲ ਬਣ ਜਾਏਗਾ 3। ਠੀਕ ਹੈ, ਇਸੇ ਢੰਗ ਦੇ ਨਾਲ ਆਪਾਂ ਬਾਕੀ ਵੀ ਦੇਖ ਲੈਂਦੇ। ਜਿਵੇਂ ਅਗਰ ਬਾਹਰ ਜਮਾ ਦਾ ਨਿਸ਼ਾਨ ਹੈ, ਅੰਦਰ ਸਾਡੇ ਕੋਲ ਬ੍ਰੈਕਟ 'ਚ ਜਮਾ ਦਾ ਨਿਸ਼ਾਨ ਹੋਏ ਤਾਂ ਇਹਦੇ ਵਿੱਚ ਸਾਡੇ ਕੋਲ ਜਮਾ ਦਾ ਨਿਸ਼ਾਨ ਹੀ ਰਹਿੰਦਾ ਹੈ। अगर बाहर जमा है अंदर घटाओ है तो फिर साडे कोल घटाओ आएगा, बाहर घटाओ है अंदर जमा है तो भी साडे कोल घटाओ आएगा, बाहर घटाओ है ब्रैकेट दे विच घटाओ है फिर भी साडे कोले माइनस माइनस प्लस बन जाते हैं। ठीक है, ये तुसी याद रखना है, गुणा दे वेले प्लस प्लस माइनस प्लस 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 हुंदे हैं, प्लस माइनस माइनस प्लस माइनस ते माइनस माइनस प्लस हो जाते साडे कोल। ठीक है, अगर इत्थे भी माइनस हुंदा फिर माइनस माइनस प्लस हो जाने सी ते आंसर 15 आ जाना सी साडा। तो 9 ਦੇ ਵਿੱਚੋਂ 6 ਘਟਾਏ 3 ਆਨਸਰ ਹੈ, ਇਹਦਾ ਮਤਲਬ C ਪਾਰਟ ਜਿਹੜਾ ਸਾਡੇ ਕੋਲ ਇਸ ਸਵਾਲ ਦਾ ਬਿਲਕੁਲ ਸਹੀ ਜਵਾਬ ਹੈ। ਠੀਕ ਹੈ, ਅਗਲਾ 13ਵਾਂ ਸਵਾਲ ਹੈ ਸਾਡੇ ਕੋਲ। ਰੇਸ਼ਮਾ ਨੇ 10 ਕਿਲੋ ਸਬਜ਼ੀਆਂ ਖਰੀਦੀਆਂ, ਇਸ ਵਿੱਚੋਂ ਉਸਨੇ 4 ਕਿਲੋ 800 ਗ੍ਰਾਮ ਆਲੂ। तो ਅਸੀਂ ਲਿਖ ਲੈਂਦੇ ਹਾਂ ਇੱਥੇ ਪਹਿਲਾਂ। ਜਦੋਂ ਤੁਸੀਂ पेपर ਦੇ ਵਿੱਚ ਵੀ ਇਹਨੂੰ ਸੋਲਵ ਕਰਨਾ ਹੈ ਤਾਂ ਰਫ ਦੇ ਵਿੱਚ ਕਾਪੀ ਨੋਟਬੁੱਕ ਤੇ ਤੁਸੀਂ ਜ਼ਰੂਰ ਇਹਨੂੰ ਸਿੰਪਲੀਫਾਈ ਕਰਨਾ ਹੈ, ਉਸ ਤੋਂ ਬਾਅਦ ਫਿਰ ਆਨਸਰ ਆਪਣਾ ਤੁਸੀਂ ਉੱਤੇ ਜਿਹੜਾ ਮਾਰਕ ਕਰ ਦੇਣਾ। ਆਲੂ ਸਾਨੂੰ ਜਿਹੜੇ ਹੈਗੇ ਨੇ 4 ਕਿਲੋ ਜਮਾ 800 ਗ੍ਰਾਮ, 4 ਕਿਲੋਗ੍ਰਾਮ ਜਮਾ 800 ਗ੍ਰਾਮ। ਔਰ ਇਸ ਤੋਂ ਬਾਅਦ ਹੈਗੇ ਨੇ ਪਿਆਜ਼ ਹੈਗੇ ਨੇ 3 ਕਿਲੋਗ੍ਰਾਮ, ਇੱਥੇ ਵੀ ਕਿਲੋਗ੍ਰਾਮ ਲਿਖ ਲਓ ਤਾਂ ਜ਼ਿਆਦਾ ਬੈਟਰ ਹੈ। ਠੀਕ ਹੈ, 3 ਕਿਲੋਗ੍ਰਾਮ ਤੇ 400 ਗ੍ਰਾਮ। ਔਰ ਇਸ ਤੋਂ ਬਾਅਦ ਬਾਕੀ ਟਮਾਟਰ ਖਰੀਦੇ ਨੇ, ਟਮਾਟਰਾਂ ਦਾ ਵਜ਼ਨ ਕਿੰਨਾ ਸੀ। ਕੁੱਲ ਸਬਜ਼ੀ ਉਹਨੇ 10 ਕਿਲੋਗ੍ਰਾਮ ਖਰੀਦੀ ਹੈ, ਉਹਦੇ ਵਿੱਚੋਂ 4 ਕਿਲੋਗ੍ਰਾਮ 800 ਗ੍ਰਾਮ ਜਿਹੜੇ ਆਲੂ ਨੇ ਤੇ 3 ਕਿਲੋਗ੍ਰਾਮ 400 ਗ੍ਰਾਮ ਪਿਆਜ਼ ਨੇ। तो पहले ਅਸੀਂ ਇਹਨਾਂ ਦਾ ਜੋੜ ਜਿਹੜਾ ਦੇਖ ਲਈਏ।
ਇਹਨੂੰ ਜੇ ਦਸ਼ਮਲਵ ਦੇ ਵਿੱਚ ਬਦਲਣਾ ਹੋਵੇ ਸਾਡੇ ਕੋਲ ਬਣ ਜਾਏਗਾ 4 ਜਮਾ ਕਿਲੋਗ੍ਰਾਮ ਤਾਂ ਕਿਲੋਗ੍ਰਾਮ ਹੈ ਹੀ 800 ਗ੍ਰਾਮ ਨੂੰ ਜੇਕਰ ਕਿਲੋਗ੍ਰਾਮ 'ਚ ਬਦਲਣਾ ਹੋਵੇ ਇਹਨੂੰ ਅਸੀਂ 1000 ਦੇ ਨਾਲ ਭਾਗ ਕਰਾਂਗੇ। ਠੀਕ ਹੈ, तो ये साडे कोल बन जाता है किलोग्राम दे विच। ठीक है, और इसे ढंग दे नाल ये साडे कोल 3 जमा 400 बटा 1000 हो जाएगा किलोग्राम। ठीक है, तो हुण इहदे विच आपां इहनूं देखीए तां ये साडे कोल बनेगा 4.800 और इहदा जोड़ बनेगा 3.400। ठीक है, तो इन्हां दा जे असीं जोड़ करिए तां साडे कोल जिहड़ी कुल सब्जी है वो आ जाएगी, जो साडे कोल भार है आलू ते प्याज़ां दा वो साडे कोल आ जाएगा 3.400। ठीक है, 400 जोड़ कीता है साडे कोल 0, फिर 0 8 ते 4 12 हुंदे ने, एक हासिल आएगा तो ये साडे कोल 8 बन गया। ठीक है, तो इहदा मतलब जिहड़ी प्याज़ां ते आलूआं दा भार है वो कुल है 8 किलोग्राम 200 ग्राम 8.200। कुल जिहड़ी सब्जी उन्हें खरीदी है रेशमा ने वो 10 किलो खरीदी है, तो ਇਹਦਾ मतलब 10 किलो ਦੇ ਵਿੱਚੋਂ ਜੇਕਰ ਅਸੀਂ ਆਲੂਆਂ ਤੇ ਪਿਆਜ਼ਾਂ ਦਾ ਜਿਹੜਾ ਕੁੱਲ ਭਾਰ ਹੈ ਇਹ ਮਾਈਨਸ ਕਰ ਦਈਏ ਤਾਂ ਬਾਕੀ ਸਾਡੇ ਕੋਲ ਕੀ ਆ ਜਾਏਗਾ, ਬਾਕੀ ਸਾਡੇ ਕੋਲ ਟਮਾਟਰਾਂ ਦਾ ਵਜ਼ਨ ਆ ਜਾਏਗਾ। ਠੀਕ ਹੈ, तो 10 ਦੇ ਵਿੱਚ ਦਸ਼ਮਲਵ ਨਹੀਂ ਹੈ, ਜੇ ਦਸ਼ਮਲਵ ਨਹੀਂ ਹੈ ਇਹਦਾ मतलब ਉਸ ਸੰਖਿਆ ਦੇ ਪਿੱਛੇ ਜਿਹੜਾ ਦਸ਼ਮਲਵ ਹੁੰਦਾ ਹੈ। तो ਇਹਦੇ ਵਿੱਚ ਅਸੀਂ ਗ੍ਰਾਮ ਸਾਡੇ ਕੋਲ ਕਿਉਂਕਿ ਹੈ ਹੀ ਇੱਥੇ ਕੋਈ ਨਹੀਂ ਤਾਂ ਅਸੀਂ 000 ਗ੍ਰਾਮ ਲਿਖ ਲਏ। ਠੀਕ ਹੈ, तो ਇਹਦੇ ਵਿੱਚੋਂ 8 ਦੇ ਵਿੱਚੋਂ ਅਸੀਂ 200 ਨੂੰ 10 ਦੇ ਵਿੱਚੋਂ ਅਸੀਂ 8.200 ਨੂੰ ਘਟਾਉਣਾ ਹੈ। ਠੀਕ ਹੈ, तो वैसे भी ਜਦੋਂ ਅਸੀਂ ਘਟਾਉਂਦੇ ਆ ਤਾਂ ਦਸ਼ਮਲਵ ਦੇ ਥੱਲੇ ਹੀ ਹਮੇਸ਼ਾ ਦਸ਼ਮਲਵ ਲਿਖਦੇ ਆ। ਇੱਥੇ ਸਾਡੇ ਕੋਲ ਇੱਕ ਖਾਲੀ ਜਗ੍ਹਾ ਬਚਣੀ ਸੀ, ਉਹ ਅਸੀਂ 000 ਲਿਖ ਕੇ ਭਰ ਲਵਾਂਗੇ। ਠੀਕ ਹੈ, ਤਾਂ ਹੁਣ ਇੱਥੇ ਅਸੀਂ ਮਾਈਨਸ ਕਰਾਂਗੇ, 0 ਚੋਂ 0 ਮਾਈਨਸ ਕਰਾਂਗੇ 0 ਆਏਗਾ, ਫਿਰ 0 ਚੋਂ 0 ਮਾਈਨਸ 0 ਆਏਗਾ, ਇੱਥੇ ਸਾਨੂੰ ਕੈਰੀ ਕਰਨਾ ਪਏਗਾ, ਇੱਥੇ ਬਚੇਗਾ 0, ਇੱਥੇ ਹੋ ਜਾਣਗੇ 10। 10 ਦੇ ਵਿੱਚੋਂ ਫਿਰ ਅਸੀਂ ਅੱਗੇ ਲੈ ਕੇ ਜਾਵਾਂਗੇ, ਸਾਡੇ ਕੋਲ 10 ਆ ਜਾਏਗਾ। 10 ਦੇ ਵਿੱਚੋਂ 2 ਘਟਾਵਾਂਗੇ 8, 9 ਦੇ ਵਿੱਚੋਂ 8 ਘਟਾਵਾਂਗੇ ਸਾਡੇ ਕੋਲ ਆਏਗਾ 1। तो ਇਹਦਾ ਭਾਵ ਹੈ ਕਿ ਟਮਾਟਰਾਂ ਦਾ ਜਿਹੜਾ ਵਜ਼ਨ ਹੈ ਉਹ 1.800 किलोग्राम होएगा। ठीक है, 1.800 किलोग्राम। तो ये आप देख सकते हैं ये साडे कोल ए ऑप्शन जी बिल्कुल सही है, 1.8 किलो kg। ठीक है, तो ये टमाटरों का वजन जो साडे कोल 1.8 kg होएगा। ठीक है विद्यार्थियों, तो इस तो बाद नैक्सट क्वेश्चन है साडे कोल 14th क्वेश्चन, दिती संख्या रेखा ते बिंदु ए उत्ते किहड़ी पिन दर्शाई गई है। ठीक है, साडे कोल संख्या रेखा दी हुई है, ये ए जिहड़ा पॉइंट है किहड़ी पिन ਨੂੰ ਦਰਸਾਉਂਦਾ ਹੈ, ਇਹਦੀ ਬਾਰੇ ਆਪਾਂ ਗੱਲ ਕਰਾਂਗੇ। तो ਇਹਦੇ ਵਿੱਚ ਵੀ ਅਸੀਂ ਦੇਖਦੇ ਹਾਂ 0 ਤੋਂ 1, 1 ਤੋਂ ਫਿਰ 2, ਇਹਦੇ ਵਿਚਕਾਰਲਾ ਜਿਹੜਾ ਪੋਰਸ਼ਨ ਹੈ ਸਾਡੇ ਕੋਲ ਉਹਨੂੰ ਅਸੀਂ ਦੇਖ ਸਕਦੇ ਹਾਂ ਕਿ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਠੀਕ ਹੈ ਨਾ, 0 ਤੋਂ 1 ਵਾਲੇ ਪੋਰਸ਼ਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਸਾਡੇ ਕੋਲ ਪਹਿਲਾ ਹਿੱਸਾ ਹੈ, ਇਹ ਦੂਜਾ ਹਿੱਸਾ ਹੈ। ਇਸੇ ਢੰਗ ਦੇ ਨਾਲ 1 ਤੋਂ 2 ਨੂੰ ਵੀ ਅੱਗੇ ਦੋ ਪਾਰਟਸ ਦੇ ਵਿੱਚ ਜਿਹੜਾ ਡਿਵਾਈਡ ਕੀਤਾ ਗਿਆ। तो ਦੋ ਭਾਗਾਂ ਦੇ ਵਿੱਚ ਵੰਡਣ ਦਾ ਮਤਲਬ ਹੈ 2 ਦੇ ਨਾਲ ਅਸੀਂ ਇਹਨੂੰ ਭਾਗ ਕਰਨਾ ਹੈ। ਠੀਕ ਹੈ, संख्या रेखा के उत्ते जदों असीं एक जिहड़ा इकाई दूरी है साडे कोल 0 तो 1, ये 1 दा फर्क है, इन्हां 'च 1 तो 2 दा भी 1 फर्क है, पर इन्हां नूं असीं अगे किन्ने हिस्सिਆਂ ਦੇ ਵਿੱਚ ਵੰਡਿਆ, 2 हिस्सिਆਂ ਦੇ ਵਿੱਚ ਵੰਡ ਲਿਆ। तो जदों 2 हिस्सिਆਂ ਦੇ ਵਿੱਚ ਵੰਡਿਆ ਤਾਂ ਫਿਰ ਅਸੀਂ ਕੀ ਕਰਦੇ ਹਾਂ, ਅਸੀਂ ਵਟਾ 2 ਲਗਾਉਣਾ ਸ਼ੁਰੂ ਕਰ ਦਿੰਦੇ ਹਾਂ ਸਾਰੀਆਂ ਸੰਖਿਆਵਾਂ ਦੇ। ਜਿੱਦਾਂ ਹੁਣ ਇਹ ਸਾਡੇ ਕੋਲ 0 ਹੈ ਤਾਂ ਇਹ 0/2 ਆ ਜਾਏਗਾ। ਇਹ ਸਾਡੇ ਕੋਲ ਅਗਲੀ ਜਿਹੜੀ ਸੰਖਿਆ 1/2 ਆ ਜਾਏਗੀ। ਠੀਕ ਹੈ, और इस तो बाद ਜਿਹੜੀ ਅਗਲੀ ਸੰਖਿਆ ਹੈ ਸਾਡੇ ਕੋਲ 2/2 ਸੀ, पर इनू सिंपलीफाई करके जिहड़ा एक इत्थे पहला ही लिख दिता गया है। तो इस तो बाद अगली जिहड़ी संख्या है साडे कोल की बनेगी 3/2। ठीक है, 3/2, और ये 2 जिहड़ा है ये 4/2 के बराबर है। 4/2 नूं जदों 2 नाल भाग करांगे तो साडे कोल 2 आएगा। ठीक है, तो हर दे विच साडे कोल 2 आया क्योंकि जिहड़ा इकाई दूरी है इत्थे 0 तो 1, 1 तो 2 नूं 2 हिस्सिਆਂ ਦੇ ਵਿੱਚ ਵੰਡਿਆ ਗਿਆ ਸੀ। ठीक है, तो इसलिए ਅਸੀਂ ਸਾਰੀਆਂ ਸੰਖਿਆਵਾਂ ਦੇ ਥੱਲੇ 2 ਲਗਾਉਣਾ ਸ਼ੁਰੂ ਕੀਤਾ, 0/2 ਫਿਰ 1/2 ਫਿਰ 2/2 3/2 ਤੇ 4/2। ठीक है, तो ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਇਹ ਜਿਹੜੀ ਪੋਜੀਸ਼ਨ ਹੈ ਇਹ ਕਿਹੜੀ ਪਿੰਨ ਨੂੰ ਦਰਸਾਉਂਦੀ ਹੈ, 3/2 ਨੂੰ ਦਰਸਾਉਂਦੀ ਹੈ। ठीक है, what fraction is located at point A on the given number line। तो ਇਹ ਫ੍ਰੈਕਸ਼ਨ ਜਿਹੜੀ ਹੈ ਸਾਡੇ ਕੋਲ 3/2 है। बी उत्तर जड़ा है वो इस सवाल का बिल्कुल सही जवाब। इस तो बाद अगला 15वां सवाल है साडे कोल 55 गुणा 9 घटाओ 55 गुणा 4 का मुल होवेगा, वट विल बी द वैल्यू ऑफ। इत्थे साडे कोल थोड़ी जी गड़बड़ है क्योंकि पंजाबी दे विच इत्थे 55 लिखा हुआ है तो इंग्लिश दे विच जड़ा इत्थे 555 लिखा हुआ है। ठीक है, नहीं दोनों रकमां ही अलग ने, ये रकम अलग है ये रकम अलग है। चलो ਅਸੀਂ दोनों सॉल्व कर लेने, देख लेने ਇਹਦੇ ਵਿੱਚੋਂ ਕਿਹੜੀ सही है। साड़ी प्रैक्टिस ज़्यादा हो जाएगी अगर सानू 2 क्वेश्चन ਜਿਹੜੇ ਇੱਥੇ ਦਿੱਤੇ ਹੋਏ ਨੇ। ठीक है, तो पहली संख्या है साडी पहला एक्सप्रेशन है 55 गुणा 9 घटाओ 55 गुणा 4।
तो ਇਹਦੇ ਵਿੱਚੋਂ ਅਸੀਂ 55 ਨੂੰ ਜਿਹੜਾ ਸਾਂਝਾ ਕੱਢ ਸਕਦੇ ਹਾਂ, ਇਹ ਵੀ 55 ਹੈ, ਇਹ ਵੀ 55, ਇਹਨੂੰ ਅਸੀਂ ਬਾਹਰ ਕੱਢ ਕੇ ਲਿਖ ਲੈਂਦੇ ਹਾਂ। ਇਹ ਗੁਣਾ ਦਾ ਘਟਾਓ ਤੇ ਵੰਡਕਾਰੀ ਗੁਣ ਹੈ, ठीक है। 55 ਨੂੰ ਬਾਹਰ ਕੱਢਿਆ, ਅੰਦਰ ਸਾਡੇ ਕੋਲ ਇੱਥੇ 9 ਬਚ ਜਾਏਗਾ ਸਿਰਫ, ਔਰ ਇਹਦੇ ਵਿੱਚ ਸਿਰਫ ਬਚੇਗਾ 4, ਵਿੱਚ ਨਿਸ਼ਾਨ ਜਿਹੜਾ ਘਟਾਓ ਦਾ ਹੈ ਉਹੀ ਰਹੇਗਾ। तो 55 गुणा 9 ਚੋਂ 4 ਕੱਢਾਂਗੇ ਸਾਡੇ ਕੋਲ 5 ਆ ਜਾਂਦੇ, ठीक है। तो 55 ਨੂੰ 5 ਨਾਲ ਮਲਟੀਪਲਾਈ ਕਰਾਂਗੇ ਜਦੋਂ, तो 5 5 25, 2 ਹਾਸਲ, ਫਿਰ 5 ਨੂੰ 5 ਨਾਲ ਕੀਤਾ 25 ਤੇ 2 27 ਆਏਗਾ, 275 ਸਾਡੇ ਕੋਲ ਬਣਦੇ ਨੇ, ठीक है। तो ਇਹਦਾ ਮਤਲਬ ਸਾਡੇ ਕੋਲ ਡੀ ਆਪਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ। ਇਹਦੇ ਵਿੱਚ ਰਕਮ ਜਿਹੜੀ ਪੰਜਾਬੀ ਵਾਲੀ ਉਹ ਸਾਡੇ ਕੋਲ ਠੀਕ ਹੈ, ਠੀਕ ਹੈ। ਇਹ ਸਵਾਲ ਨੂੰ ਅਸੀਂ ਹੱਲ ਕਰਾਂਗੇ। तो ਉਮੀਦ ਕਰਦੇ ਹਾਂ ਕਿ ਜਿਹੜਾ ਫਾਈਨਲ ਟੈਸਟ ਸਾਡੇ ਕੋਲ ਆਏਗਾ, ਜਿਹੜਾ ਤੁਸੀਂ ਦੇਣਾ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗਲਤੀਆਂ ਜਿਹੜੀਆਂ ਉਹ ਨਹੀਂ ਹੋਣਗੀਆਂ। ਅਗਲਾ ਜਿਹੜਾ ਸਵਾਲ ਹੈ ਸਾਡੇ ਕੋਲ, ਇਹਨੂੰ ਵੀ ਆਪਾਂ ਹੱਲ ਕਰਕੇ ਦੇਖ ਲੈਂਦੇ ਹਾਂ। 555 ਗੁਣਾ 193 ਮਾਈਨਸ 555 ਗੁਣਾ 93, ठीक है। ਇਹਦੇ ਵਿੱਚੋਂ ਅਸੀਂ 555 ਨੂੰ ਸਾਂਝਾ ਕੱਢ ਸਕਦੇ ਹਾਂ, ਔਰ ਅੰਦਰ ਸਾਡੇ ਕੋਲ ਇਹ ਬਚੇਗਾ 193 ਘਟਾਓ 93। 193 ਦੇ ਵਿੱਚੋਂ ਜੇਕਰ ਅਸੀਂ 93 ਨੂੰ ਘਟਾਵਾਂਗੇ ਤਾਂ ਇਹ ਸਾਡੇ ਕੋਲ ਬਣ ਜਾਏਗਾ 100, और 555 ਨੂੰ 100 ਨਾਲ ਗੁਣਾ ਕੀਤਾ ਤਾਂ ਇਹ ਸਾਡੇ ਕੋਲ 55500 ਬਣ ਜਾਏਗਾ, ठीक है। ਵੈਸੇ ਇਹ ਉੱਤਰ ਸਾਡੇ ਕੋਲ ਇਸ ਕੁਐਸਚਨ ਦੇ ਵਿੱਚ ਦਿੱਤਾ ਨਹੀਂ ਹੋਇਆ। ਇਹਦਾ ਮਤਲਬ ਜਿਹੜੀ ਇੰਗਲਿਸ਼ ਵਾਲੀ ਰਕਮ ਹੈ ਇਹ ਗਲਤੀ ਨਾਲ ਲਿਖੀ ਗਈ ਹੈ। ਸਹੀ ਜਿਹੜੀ ਰਕਮ ਹੈ ਉਹ ਸਾਡੇ ਕੋਲ, ਜਿਹੜੀ ਕਰੈਕਟ ਸਟੇਟਮੈਂਟ ਹੈ ਉਹ ਸਾਡੇ ਕੋਲ ਪੰਜਾਬੀ ਵਾਲੀ ਹੈ, ਜਿਹਦਾ ਕਿ ਉੱਤਰ ਸਾਡੇ ਕੋਲ ਡੀ ਜਿਹੜਾ ਉਹ ਬਣਦਾ 275, ठीक है। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਮਿਲਾਨ ਕਰੋ, ਮੈਚ द फॉलोइंग। कॉलम 1 है ਸਾਨੂੰ ਦਿੱਤਾ ਹੋਇਆ, कॉलम 2 ਦਿੱਤਾ ਹੋਇਆ, ਇਹਦੇ ਵਿੱਚੋਂ ਜਿਹੜਾ ਸਹੀ ਉੱਤਰ ਹੈ ਉਹਦੇ ਨਾਲ ਅਸੀਂ ਇਹਨੂੰ ਮਿਲਾਵਾਂਗੇ, ठीक है। तो ਬੜੇ ਧਿਆਨ ਦੇ ਨਾਲ ਇਹਨੂੰ ਅਸੀਂ ਕਰਨਾ ਹੈ। 6 ਜਮਾ 4 ਕਿੰਨੇ ਹੁੰਦੇ ਨੇ? ਸਾਨੂੰ ਪਤਾ ਹੈ ਕਿ 6 ਜਮਾ 4 10 ਹੁੰਦੇ ਨੇ, 6 4 ਜੋੜਾਂਗੇ ਤਾਂ 10, तो ਇਹਦਾ ਮਤਲਬ ਪਹਿਲੇ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਕੀ ਆ ਗਿਆ? B, ਬਿਲਕੁਲ ਠੀਕ। 10 ਜਮਾ ਘਟਾਓ 6, ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਜੇਕਰ ਸਾਡੇ ਕੋਲ ਇੱਥੇ ਜਮਾ ਹੈ ਤੇ ਨਾਲ ਘਟਾਓ ਹੈ, तो जमा ਤੇ ਘਟਾਓ ਪਲੱਸ ਮਾਈਨਸ ਇਹ ਸਾਡੇ ਕੋਲ ਮਾਈਨਸ ਹੋ ਜਾਏਗਾ। 10 ਘਟਾਓ 6 ਆ ਜਾਏਗਾ, 10 ਚੋਂ 6 ਘਟਾਵਾਂਗੇ ਸਾਡੇ ਕੋਲ 4 ਬਣ ਜਾਏਗਾ, ठीक है। तो बी पार्ट ਦੂਜੇ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਡੀ ਪਾਰਟ ਹੈ, ठीक। ਇਸ ਤੋਂ ਬਾਅਦ ਅਗਲਾ ਸਾਡੇ ਕੋਲ ਹੈ ਘਟਾਓ 5 ਜਮਾ 8। ਘਟਾਓ ਦੇ 5 ਨੇ ਔਰ ਜਮਾ ਦੇ 8 ਨੇ, तो ब्रैकेट हटावांगे, घटाओ ਦੇ 5 ਨੇ ਸਾਡੇ ਕੋਲ ਪਹਿਲਾਂ, ਔਰ ਜਮਾ ਸਾਡੇ ਕੋਲ ਇੱਥੇ 8 ਨੇ, ठीक है। अंदर भी जमा ਦਾ ਨਿਸ਼ਾਨ ਹੀ 8 ਦੇ ਅੱਗੇ ਵੀ ਜਮਾ ਹੀ ਰਹਿ ਜਾਏਗਾ। तो ਇਹਨੂੰ ਆਪਾਂ ਲਿਖ ਸਕਦੇ ਹਾਂ, ਜਾਂ ਤਾਂ ਅਸੀਂ ਐਵੇਂ ਕਰ ਲਈਏ, ਜਦੋਂ ਦੋਨੋਂ ਸੰਖਿਆਵਾਂ ਦੇ ਜਿਹੜੇ ਸਾਈਨ ਹੈ ਉਹ ਇੱਕ ਦੂਸਰੇ ਦੇ ਉਲਟੇ ਹੋਣ, ਇੱਕ ਜਮਾ ਇੱਕ ਘਟਾਓ ਹੈ ਤਾਂ ਹਮੇਸ਼ਾ ਹੀ ਘਟਾਓ ਹੁੰਦੀ ਹੈ। ਸਾਈਨ ਉਹ ਆਏਗਾ ਜਿਹੜਾ ਵੱਡੀ ਸੰਖਿਆ ਦੇ ਅੱਗੇ ਹੁੰਦਾ ਹੈ, ठीक है। ਜਾਂ ਅਸੀਂ ਇਹਨਾਂ ਦਾ ਕ੍ਰਮ ਵੀ ਚੇਂਜ ਕਰ ਸਕਦੇ ਹਾਂ। ਇਹਨੂੰ 8 ਜਿਹੜਾ ਜਮਾ ਦਾ ਹੈ ਅੱਗੇ ਲਿਖ ਲਿਆ, 5 ਜਿਹੜਾ ਘਟਾਓ ਦਾ ਹੈ ਇਹਨੂੰ ਪਿੱਛੇ ਲਿਖ ਲਿਆ, ठीक है। 8 ਚੋਂ 5 ਕੱਢੇ ਸਾਡੇ ਕੋਲ 3 ਆ ਜਾਏਗਾ, ठीक है। तो ਤੀਜੇ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ 3 ਹੈ, ਭਾਵ ਕਿ A ਪਾਰਟ, ठीक है। ਇਹਨੂੰ ਅਸੀਂ A ਦੇ ਨਾਲ ਜੁਆਇਨ ਕਰ ਦਿੰਦੇ ਹਾਂ। ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਚੌਥਾ, -7 ਜਮਾ -9, और फिर ਇਹ प्लस माइनस आ गया, प्लस माइनस ਸਾਡੇ ਕੋਲ ਇਹ माइनस ही होएगा, माइनस ਦੇ 7 ਰਹਿਣਗੇ, प्लस माइनस ਇਹ -9 ਹੋ ਜਾਏਗਾ। ਦੋਨੋਂ ਸੰਖਿਆਵਾਂ ਘਟਾਓ ਦੀਆਂ ਨੇ, ਜਦੋਂ ਵੀ ਘਟਾਓ ਦੀਆਂ ਦੋ ਸੰਖਿਆਵਾਂ ਇਸ ਤਰ੍ਹਾਂ ਪਈਆਂ ਹੋਣ, ਇਹਦਾ ਹਮੇਸ਼ਾ ਜੋੜ ਹੁੰਦਾ ਹੈ, बट साइन ਜਿਹੜਾ ਅੱਗੇ ਉਹ ਘਟਾਓ ਦਾ ਹੀ ਆਏਗਾ। 7 ਦੇ ਵਿੱਚ 9 ਜੋੜਾਂਗੇ ਸਾਡੇ ਕੋਲ 16 ਬਣ ਜਾਂਦਾ ਹੈ, ਘਟਾਓ ਦੇ 16 ਜਿਹੜਾ ਸਾਡੇ ਕੋਲ ਉੱਤਰ ਉਹ ਬਣ ਜਾਏਗਾ। तो ਚੌਥੇ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਹੈ C ਪਾਰਟ, ਠੀਕ ਹੈ ਜੀ। तो ਇਹਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿਹੜਾ ਜਿਹੜਾ ਵਿਕਲਪ ਹੈ ਉਹ ਬਿਲਕੁਲ ਸਹੀ ਹੈ। ਇੱਕ ਨੂੰ ਪਹਿਲਾਂ ਜੋੜ ਰਿਹਾ, ਇੱਕ ਨੂੰ A ਦੇ ਨਾਲ, ਨਹੀਂ ਜੀ, ਇਹ ਇੱਕ ਦਾ ਆਨਸਰ ਜਿਹੜਾ B ਸੀ, तो ਪਹਿਲਾ ਤਾਂ ਗਲਤ ਹੈ ਸਾਡੇ ਕੋਲ, ठीक है। दूसरा एक नू डी दे नाल, तो एक नू डी नाल भी नहीं, ये भी गलत है। एक नू बी दे नाल, हाँ ये कुछ ठीक लगता है। एक दा आंसर बी है, 2 दा आंसर साडे कोल डी है, बिल्कुल ठीक, और 3 दा आंसर ए है, बिल्कुल ठीक, 4 दा आंसर साडे कोल सी है, बिल्कुल ठीक। तो ये जिहड़ी ऑप्शन सी है बिल्कुल सही है, ठीक है। डी भी जिहड़ी ऑप्शन वो गलत है। तो इस सवाल ਦੇ ਵਿੱਚ ਆਪਾਂ ਦੇਖਿਆ ਦੋਨੋਂ ਪਾਸੇ ਜਿਹੜੇ ਕਾਲਮ ਜਦੋਂ ਅਸੀਂ ਮਿਲਾਏ ਤਾਂ C ਜਿਹੜਾ ਉੱਤਰ ਹੈ ਉਹ ਸਾਡਾ ਬਿਲਕੁਲ ਸਹੀ ਹੈ। तो ਆਪਾਂ ਜਦੋਂ ਵੀ ਟੈਸਟ ਕਰਾਂਗੇ ਮੋਬਾਈਲ ਤੇ ਤਾਂ C ਨੂੰ ਜਿਹੜਾ ਕਲਿੱਕ ਕਰਾਂਗੇ, ਇਹਨੂੰ ਸਿਲੈਕਟ ਕਰਾਂਗੇ ਤੇ ਉਸ ਤੋਂ ਬਾਅਦ ਅਗਲੇ ਸਵਾਲ ਤੇ ਜਾਵਾਂਗੇ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ 17ਵਾਂ ਸਵਾਲ, -13 ਘਟਾਓ ਦੇ 13 ਜਮਾ 32 -8 ਤੇ ਮਾਈਨਸ ਦਾ 1 ਦਾ ਮੁੱਲ ਹੋਵੇਗਾ। ਵਟ ਵਿਲ ਬੀ ਦਾ ਵੈਲਿਊ ਆਫ -13 + 32 -8 -1, ਠੀਕ ਹੈ। ਚੈੱਕ ਕਰ ਲੈਣਾ, ਇੰਗਲਿਸ਼ ਤੇ ਪੰਜਾਬੀ ਦੋਨਾਂ ਦੇ ਵਿੱਚ ਸਟੇਟਮੈਂਟ ਜਿਹੜੀ ਉਹ ਸੇਮ ਹੀ ਹੋਣੀ ਚਾਹੀਦੀ ਹੈ। ਜੇ ਨਹੀਂ ਇਹ ਸੇਮ ਹੈ ਤਾਂ ਉਹਦੇ ਵਿੱਚ ਹੁਣ ਅਸੀਂ ਕਿਹੜੀ ਸਹੀ ਹੈ ਕਿਹੜੀ ਗਲਤ ਹੈ ਉਹ
दसना मुश्किल हो जाएगा। ठीक है, तो 13 ਦੇ ਵਿੱਚੋਂ -13 ਦੀ ਜਦੋਂ ਅਸੀਂ ਬ੍ਰੈਕਟ ਹਟਾਵਾਂਗੇ -13 ਹੀ ਰਹੇਗਾ। ਇਹ ਸਾਡੇ ਕੋਲ ਜਮਾ 32 ਆ ਜਾਏਗਾ ਔਰ -8 -1। ਤੋ ਇਹਦੇ ਵਿੱਚ ਤਿੰਨ ਸੰਖਿਆਵਾਂ ਸਾਡੇ ਕੋਲ ਘਟਾਓ ਦੀਆਂ ਹੋ ਗਈਆਂ। ਤੋ ਜਿਹੜੀਆਂ ਘਟਾਓ ਦੀਆਂ ਇੱਕੋ ਪਾਰਟੀ ਦੇ ਮੈਂਬਰ ਹੋ ਗਏ, ਸਾਰੇ ਇਕੱਠੇ ਹੋ ਜਾਣਗੇ। ਠੀਕ ਹੈ, ਤੋ 13 ਨੂੰ ਦੇ ਵਿੱਚ 8 ਜਦੋਂ ਅਸੀਂ ਜੋੜਦੇ ਹਾਂ ਤਾਂ ਇਹ ਸਾਡੇ ਕੋਲ ਬਣ ਜਾਏਗਾ 21। 21 ਦੇ ਵਿੱਚ 1 ਜੋੜਾਂਗੇ ਸਾਡੇ ਕੋਲ ਬਣ ਜਾਏਗਾ 22। ਪਰ ਇਹਨਾਂ ਦਾ ਜਿਹੜਾ ਸਾਈਨ ਹੈ ਉਹ ਘਟਾਓ ਦਾ ਹੀ ਰਹੇਗਾ। तो ये माइनस ਦੇ 22 ਸਾਡੇ ਕੋਲ ਹੋ ਜਾਣਗੇ। ਠੀਕ ਹੈ, 32 ਮਾਈਨਸ 22। 32 ਚੋਂ ਜਦੋਂ 22 ਕੱਢਾਂਗੇ ਸਾਡੇ ਕੋਲ ਉੱਤਰ ਜਿਹੜਾ ਉਹ 10 ਬਣ ਜਾਏਗਾ। ਠੀਕ ਹੈ, ਆਪਾਂ ਐਵੇਂ ਵੀ ਕਰ ਸਕਦੇ ਹਾਂ ਕਿ ਇਹਦੇ ਵਿੱਚ ਪਹਿਲਾਂ ਇਹਨੂੰ ਲਿਖ ਲਈਏ, ਜਿਹੜਾ 32 ਜਮਾ ਦਾ ਹੈ ਉਹਨੂੰ ਅਸੀਂ ਅੱਗੇ ਲਿਖ ਲੈਂਦੇ ਹਾਂ, ਬਾਕੀ ਸਾਰੀਆਂ ਸੰਖਿਆਵਾਂ ਨੂੰ ਅਸੀਂ ਪਿੱਛੇ ਲਿਖ ਲੈਂਦੇ ਹਾਂ। -13 -8 -1। ਪਹਿਲਾਂ 32 ਚੋਂ 13 ਮਾਈਨਸ ਕੀਤੇ ਤਾਂ ਇਹ ਸਾਡੇ ਕੋਲ ਬਚ ਜਾਏਗਾ 19। ਠੀਕ ਹੈ, 19 ਘਟਾਓ 8 -1। फिर 19 ਦੇ ਵਿੱਚੋਂ 8 ਘਟਾਵਾਂਗੇ ਤਾਂ ਇਹ ਸਾਡੇ ਕੋਲ ਬਚ ਜਾਏਗਾ 11 ਘਟਾਓ 1। ਫਿਰ 11 ਚੋਂ 1 ਘਟਾਵਾਂਗੇ ਸਾਡੇ ਕੋਲ 10 ਆ ਜਾਏਗਾ। ਠੀਕ ਹੈ, तो ਇਹ ਜਿਹੜਾ ਹੈ ਉਹ ਬਿਲਕੁਲ ਸਹੀ ਜਵਾਬ ਹੈ ਇਸ ਸਵਾਲ ਦਾ। ਠੀਕ ਹੈ, ਇਸ ਤੋਂ ਬਾਅਦ ਅਗਲਾ 18ਵਾਂ ਸਵਾਲ ਹੈ, ਇੱਕ ਸਕੂਲ ਦੀ ਕੈਂਟੀਨ ਹਰ ਰੋਜ਼ ਦੁਪਹਿਰ ਦੇ ਖਾਣੇ ਦੇ ਲਈ 20 ਰੁਪਏ ਅਤੇ ਦੁੱਧ ਦੇ ਲਈ 4 ਰੁਪਏ ਲੈਂਦੀ ਹੈ। ਤੁਸੀਂ 5 ਦਿਨਾਂ ਵਿੱਚ ਇਹਨਾਂ ਚੀਜ਼ਾਂ ਤੇ ਕਿੰਨਾ ਖਰਚ ਕਰਦੇ ਹੋ? The school canteen charges ₹20 for lunch and ₹4 for milk for each day. How much money do you spend in 5 days on these things? तो ਇਹਦੇ ਵਿੱਚ ਆਪਾਂ ਦੇਖੋ ਬਹੁਤ ਸਿੰਪਲ ਹੈ। ਆਪਾਂ ਪਹਿਲਾਂ ਇੱਕ ਦਿਨ ਦਾ ਖਰਚ ਜਿਹੜਾ ਇਹਦੇ ਵਿੱਚ ਕੱਢ ਲਵਾਂਗੇ। ਠੀਕ ਹੈ, ਇੱਕ ਦਿਨ ਦਾ ਖਰਚ ਜਿਹੜਾ ਹੈ ਉਹ 20 ਰੁਪਏ ਦੁੱਧ ਦੇ ਲਈ ਹੈ ਤੇ ਸੌਰੀ ਖਾਣੇ ਦੇ ਲਈ 20 ਰੁਪਏ ਤੇ ਦੁੱਧ ਦੇ ਲਈ 4। तो ਆਪਾਂ ਇੱਕ ਦਿਨ ਦਾ ਖਰਚ ਪਹਿਲਾਂ ਇੱਥੇ ਲਿਖ ਲੈਂਦੇ। एक दिन का खर्च ये साडे कोल बनेगा 20 रुपए जमा 4 रुपए। ठीक है, 20 ਦੇ 4 जोड़ांगे साडे कोल आ जाएगा 24 रुपए। और इस तो बाद 5 दिन ਦਾ ਕਿੰਨਾ ਖਰਚ ਹੋਏਗਾ? तो 5 दिन ਦਾ ਖਰਚ ਦੇ ਲਈ ਅਸੀਂ ਨੂੰ 5 ਨਾਲ ਗੁਣਾ ਕਰ ਦਾਂਗੇ। ਸਾਡੇ ਕੋਲ 1 दिन ਦਾ ਖਰਚ ਹੈ ਨਾ, 5 दिन ਦਾ ਖਰਚ ਇਹ ਆਏਗਾ 5 ਗੁਣਾ 24। तो 5 ਨੂੰ 24 ਨਾਲ ਜੇਕਰ ਅਸੀਂ ਗੁਣਾ ਕਰਦੇ ਹਾਂ ਸਾਡੇ ਕੋਲ ਬਣ ਜਾਂਦਾ ਹੈ 120 ਰੁਪਏ। ਠੀਕ ਹੈ ਜੀ, तो ਇਹਦੇ ਵਿੱਚ ਸਾਡੇ ਕੋਲ B ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਆਪਸ਼ਨ ਹੈ। ਠੀਕ ਹੈ, ਆਪਾਂ ਇਹ ਵੀ ਕਰ ਸਕਦੇ ਹਾਂ, ਇਹਦੇ ਵਿੱਚ ਅਸੀਂ ਇਹ ਵੀ ਕਰ ਸਕਦੇ ਹਾਂ ਕਿ 20 ਨੂੰ 4 ਨਾਲ ਪਹਿਲਾਂ 5 ਨਾਲ ਗੁਣਾ ਕਰ ਲਓ 100 ਹੋ ਜਾਏਗਾ, ਫਿਰ 4 ਨੂੰ 5 ਨਾਲ ਗੁਣਾ ਕਰ ਲਓ 20 ਹੋ ਜਾਏਗਾ, ਫਿਰ ਉਹਨੂੰ ਜੋੜ ਦਿਓ। ਠੀਕ ਹੈ, ਦੁੱਧ ਦਾ 5 ਦਿਨਾਂ ਦਾ ਖਰਚ, ਰੋਟੀ ਦਾ ਖਾਣੇ ਦਾ 5 ਦਿਨਾਂ ਦਾ ਖਰਚ ਕੱਢ ਕੇ ਫਿਰ ਉਹਨੂੰ ਜੋੜ ਸਕਦੇ ਹਾਂ, ਜਾਂ ਇੱਕ ਦਿਨ ਦਾ ਕੁੱਲ ਖਰਚ ਕੱਢ ਲਓ ਫਿਰ ਉਹਨੂੰ 5 ਨਾਲ ਗੁਣਾ ਕਰ ਲਈਏ, ਫਿਰ ਸਾਡੇ ਕੋਲ 120 ਬਣ ਜਾਂਦਾ। ਇਸ ਤੋਂ ਬਾਅਦ ਅਗਲਾ 19ਵਾਂ ਸਵਾਲ ਸਾਡੇ ਕੋਲ ਹੈ, 2 ਟੈਂਕਰਾਂ ਦੀ ਕ੍ਰਮਵਾਰ ਵੱਧ ਤੋਂ ਵੱਧ 850 ਲੀਟਰ 2 ਟੈਂਕਰਾਂ ਵਿੱਚ ਕ੍ਰਮਵਾਰ ਵੱਧ ਤੋਂ ਵੱਧ 850 ਲੀਟਰ ਅਤੇ 680 ਲੀਟਰ ਮਿੱਟੀ ਦਾ ਤੇਲ ਆਉਂਦਾ ਹੈ। ਉਸ ਬਰਤਨ ਦੀ ਸਮਰੱਥਾ ਪਤਾ ਕਰੋ ਜਿਹੜੀ ਇਹਨਾਂ ਦੋਨਾਂ ਟੈਂਕਰਾਂ ਦੇ ਤੇਲ ਨੂੰ ਪੂਰਾ ਮਾਪ ਸਕੇ। 2 tankers contain 850 liters and 660 liters of kerosene oil respectively. Find the maximum capacity of a container which can measure the kerosene oil of both the tankers when used an exact number of times. ठीक है, तो एक टैंकर ਦੇ ਵਿੱਚ 850 ਲੀਟਰ ਕੈਰੋਸਿਨ ਆਇਲ ਹੈ, ਮਿੱਟੀ ਦਾ ਤੇਲ ਹੈ, ਦੂਸਰੇ ਟੈਂਕਰ ਦੇ ਵਿੱਚ 680 ਲੀਟਰ ਮਿੱਟੀ ਦਾ ਤੇਲ ਹੈ। तो ਅਸੀਂ ਇਹੋ ਜਿਹਾ ਇੱਕ ਬਰਤਨ ਦੀ ਜਿਹੜੀ ਮਾਤਰਾ ਹੈ ਸਮਰੱਥਾ ਉਹ ਪਤਾ ਕਰਨੀ ਹੈ, ਜਿਹਦੇ ਨਾਲ ਜੇਕਰ ਅਸੀਂ ਇਹ ਦੋਨੋਂ ਟੈਂਕਰਾਂ ਦੇ ਵਿੱਚੋਂ ਤੇਲ ਕੱਢਣਾ ਸ਼ੁਰੂ ਕਰੀਏ ਤਾਂ ਪੂਰੇ ਉਹ ਜਿਹੜਾ ਬਰਤਨ ਹੈ ਉਹ ਪੂਰਾ ਮਾਪ ਕੇ ਵਿੱਚੋਂ ਤੇਲ ਜਿਹੜਾ ਉਹ ਕੱਢ ਸਕੇ। ਉਹਦੇ ਲਈ ਅਸੀਂ ਕੀ ਕਰਨਾ ਹੈ, 850 ਅਤੇ 680 ਦਾ ਅਸੀਂ ਮਹੱਤਵ ਸਮਾਪ ਵਰਤਕ ਜਿਹੜਾ ਉਹ ਪਤਾ ਕਰਾਂਗੇ। ਠੀਕ ਹੈ, 850 ਤੇ 680 ਦਾ ਮਮਾ ਸਸਾ ਬਾਬਾ ਪਤਾ ਕਰਾਂਗੇ। ਉਹਦੇ ਵਾਸਤੇ ਅਸੀਂ ਕੀ ਕਰਨਾ ਹੈ, ਅਪਾਜ ਗੁਣਨ ਖੰਡੀਕਰਨ ਪਹਿਲਾਂ ਅਸੀਂ 850 ਦਾ ਕਰਾਂਗੇ। ਠੀਕ ਹੈ, 850 ਦਾ ਅਪਾਜ ਗੁਣਨ ਖੰਡੀਕਰਨ ਕਰਾਂਗੇ। ਇਹਨੂੰ ਪਹਿਲਾਂ ਅਸੀਂ 2 ਤੇ ਕਰ ਸਕਦੇ ਹਾਂ, ਭਾਗ ਇਹ ਸਾਡੇ ਕੋਲ 4 ਆਏਗਾ, ਫਿਰ ਇਹ 15 ਬਣ ਜਾਂਦਾ ਇੱਥੇ, ਸੌਰੀ 5 ਹੈ, 5 ਨੂੰ 2 ਨਾਲ ਭਾਗ ਕਰਾਂਗੇ ਤਾਂ 2 ਤੇ ਜਾਏਗਾ, 2 ਦੂਣੀ 4, ਫਿਰ ਇੱਥੇ 1 ਬਚ ਜਾਏਗਾ, 1 ਤੇ 0 10, 10 ਨੂੰ 2 ਨਾਲ ਭਾਗ ਕਰਾਂਗੇ ਸਾਡੇ ਕੋਲ ਆ ਜਾਏਗਾ 5। तो 850 ਨੂੰ ਜਦੋਂ 2 ਨਾਲ ਭਾਗ ਕੀਤਾ ਇਹ ਸਾਡੇ ਕੋਲ ਬਣ ਗਿਆ 425। ਠੀਕ ਹੈ, ਹੁਣ 425 ਨੂੰ ਅਸੀਂ 3 ਤੇ ਭਾਗ ਕਰ ਸਕਦੇ ਹਾਂ? ਨਹੀਂ ਕਰ ਸਕਦੇ, ਤਾਂ ਇਹਨੂੰ ਅਸੀਂ 5 ਤੇ ਭਾਗ ਕਰਾਂਗੇ। 8 5 40, ਉਸ ਤੋਂ ਬਾਅਦ 25 ਬਚਦੇ ਨੇ, ਤਾਂ 5 5 25। ਠੀਕ ਹੈ, ਫਿਰ ਇਹਨੂੰ 5 ਤੇ ਭਾਗ ਕਰਾਂਗੇ, ਸਾਡੇ ਕੋਲ ਆਏਗਾ 1 5 50 ਤੇ 7 5 35, ਫਿਰ 17 ਤੇ ਜਾਏਗਾ ਤੇ ਥੱਲੇ ਸਾਡੇ ਕੋਲ ਆ ਜਾਏਗਾ 1। ਠੀਕ ਹੈ, ਇਸ ਤਰ੍ਹਾਂ 850 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 5
गुणा 5 गुणा 17। ਇਸੇ ਢੰਗ ਦੇ ਨਾਲ ਅਸੀਂ 680 ਨੂੰ ਕਰ ਲਾਂਗੇ। 680 ਦੀ ਆਪਾਂ ਗੁਣ ਖੰਡੀਕਰਨ ਪ੍ਰਾਈਮ ਫੈਕਟਰਾਈਜੇਸ਼ਨ ਕਰਾਂਗੇ। ਪਹਿਲਾਂ 2 ਤੇ ਭਾਗ ਕਰਾਂਗੇ, ਸਾਡੇ ਕੋਲ ਬਣੇਗਾ 340। ਫਿਰ 2 ਤੇ ਇਹਨੂੰ ਭਾਗ ਕਰਾਂਗੇ, ਸਾਡੇ ਕੋਲ ਬਣ ਜਾਏਗਾ 170। ਫਿਰ 2 ਤੇ ਭਾਗ ਕਰਾਂਗੇ, ਸਾਡੇ ਕੋਲ ਬਣ ਜਾਏਗਾ 8 5 85। ਫਿਰ 85 ਨੂੰ 2 ਤੇ ਭਾਗ ਨਹੀਂ ਕੀਤਾ ਜਾ ਸਕਦਾ, ਇਹਨੂੰ 5 ਤੇ ਭਾਗ ਕਰਾਂਗੇ, ਸਾਡੇ ਕੋਲ 17 ਆਏਗਾ। 17 ਨੂੰ ਫਿਰ 17 ਤੇ ਭਾਗ ਕਰਾਂਗੇ, ਸਾਡੇ ਕੋਲ 1 ਆਏਗਾ। ਸੋ ਇਸੇ ਢੰਗ ਦੇ ਨਾਲ 680 ਨੂੰ ਵੀ ਆਪਾਂ ਲਿਖ ਸਕਦੇ ਹਾਂ ਤੇ 2 ਗੁਣਾ 2 ਗੁਣਾ 2, 3 ਵਾਰ ਸਾਡੇ ਕੋਲ 2 ਆਉਂਦਾ। 2 ਗੁਣਾ 2 ਗੁਣਾ 2 ਗੁਣਾ 5 ਗੁਣਾ 17 ਗੁਣਾ 5 ਗੁਣਾ 17। ਤੋ ਇਹਦੇ ਵਿੱਚ ਹੁਣ ਅਸੀਂ ਇਹਨਾਂ ਦੇ ਜੋੜੇ ਜਿਹੜੇ ਬਣਾਣੇ ਨੇ, 17 ਦਾ ਜੋੜਾ ਜਿਹੜਾ 17 ਦੇ ਨਾਲ ਬਣ ਜਾਂਦਾ ਹੈ। ਠੀਕ ਹੈ, ਜਿਵੇਂ ਅਸੀਂ ਮਮਾ ਸੱਸਾ ਵਾਵਾ ਜਿਹੜਾ ਪਤਾ ਕਰਦੇ ਹਾਂ, HCF ਹਾਈਐਸਟ ਕਾਮਨ ਫੈਕਟਰ, 5 ਦਾ 5 ਨਾਲ ਜੋੜਾ ਬਣਦਾ ਤੇ ਇੱਕ ਜਿਹੜਾ 2 ਦਾ ਜੋੜਾ 2 ਦੇ ਨਾਲ ਬਣ ਜਾਂਦਾ। ਇਸ ਢੰਗ ਨਾਲ ਗਰੁੱਪਿੰਗ ਕਰ ਲਈ। ਬਾਕੀ ਇਹਨਾਂ ਦੇ ਵਿੱਚ ਕੋਈ ਵੀ ਸਾਂਝਾ ਗੁਣਨਖੰਡ ਕੋਈ ਨਹੀਂ ਹੈ। ਤੋ 850 ਅਤੇ 680 ਦਾ ਮਹੱਤਵ ਸਮਾਪ ਵਰਤਕ HCF ਮਮਾ ਸੱਸਾ ਵਾਵਾ, ਮਮਾ ਸੱਸਾ ਵਾਵਾ। ਠੀਕ ਹੈ, ਇਹ ਬਣੇਗਾ 2। ਇਹਦੇ ਵਿੱਚੋਂ ਇੱਕ 2 ਅਸੀਂ ਲੈਣਾ ਹੈ, ਇੱਕ 5 ਲੈਣਾ ਹੈ। ਇੱਥੇ ਸਾਡੇ ਕੋਲ 17 ਆਏਗਾ। ਠੀਕ ਹੈ, तो 5 दूनी 10, 17 10 170। तो 170 लीटर का जोड़ा बर्तन सानू चाहिए है। समर्था बर्तन की 170 लीटर होनी चाहिए है, जोड़ा पूरा पूरा माप के दोनों टैंकर दोनों टैंकरां दे विचों तेल जोड़ा कट सके। ठीक है, तो ये साडे कोल ऑप्शन सी जी बिल्कुल सही है। ठीक है, तो इस सवाल का जवाब जोड़ा है वो साडे कोल 170 लीटर है, 170 लीटर्स, तो सी ऑप्शन जी सही है। ठीक है, अखीर दे विच साडे कोल आखिरी सवाल है अज दे सैंपल पेपर का 20वां सवाल। 85/45 का सरलतम रूप होगा, सिंपलेस्ट फॉर्म ऑफ 85/45। तो 85/45 जदों असीं सिंपलेस्ट फॉर्म दे विच करना हुंदा, इहदा भाव है कि असीं म्यारी रूप दे विच इहनूं करना है, तो असीं ये देखना कि अंश ते हर दे विच जिहड़ी संख्या है वो किसी संख्या के पहाड़े विच आउंदी है। जे आउंदी है तो असीं उपर ते थल्ले उस संख्या दे नाल भाग कर देंगे। तो ये पिछे 5 देख के असीं कह सकते हैं सिंपली कि 45 ते 85 दोनों 5 दे नाल भाग हो जाएंगे। ठीक है, तो असीं की करांगे 85 नूं 20 5 नाल भाग कर देंगे ते 45 नूं 20 5 नाल भाग कर देंगे। ठीक है, 17 5 85 होंदे ने, इत्थे साडे कोल 17 आ जाएगा, हेठां 9 5 45 होंदे ने, साडे कोल 9 आ जाएगा। 17/9 जिहड़ा साडे कोल उत्तर है वो बन जाएगा। ठीक है, तो बी जिहड़ी ऑप्शन है वो इस सवाल दी बिल्कुल सही ऑप्शन है। ठीक है, सो इस ढंग के नाल आपां सरलतम रूप पता करना है, HCF पता करना है, LCM पता करना है, मिलान चिन्ह वाले बहुत सारे सवाल जिहड़े वो लगभग सारे कीते ने। सो मैनूं उम्मीद है कि हर एक क्वेश्चन नूं तुसीं ध्यान दे नाल देखिया होएगा ते कुछ नवीं चीज़ां भी सीखण वास्ते मिलियां होणगीਆਂ ते कुछ पुराने जिहड़े सवाल है वो तुहाडे रिवाइज हो गए होणगे। सो बहुत चंगे ढंग दे नाल इस पूरे पेपर नूं, पूरे सैंपल पेपर नूं तैयार करना है असीं, ते फाइनल दी जिहड़ी सितंबर एग्जाम दी जिहड़ी तैयारी है वो साडी बहुत वधिया हो जाएगी। ਤੇ ਉਹਦੇ ਵਿੱਚ ਕੋਸ਼ਿਸ਼ ਕਰਨੀ ਹੈ ਆਪਾਂ ਪੂਰੇ ਦੇ ਪੂਰੇ ਅੰਕ ਜਿਹੜੇ ਉਹ ਪ੍ਰਾਪਤ ਕਰਨੇ ਨੇ। ਠੀਕ ਹੈ, ਕੋਈ ਚੀਜ਼ ਨਹੀਂ ਪਤਾ ਲੱਗਦੀ ਤੇ ਤੁਸੀਂ ਵੀਡੀਓ ਨੂੰ ਰਿਪੀਟ ਕਰਕੇ ਦੇਖ ਸਕਦੇ ਹੋ। ਵੀਡੀਓ ਨੂੰ ਰਿਪੀਟ ਕਰਕੇ ਦੇਖੋ, ਫਿਰ ਵੀ ਕੋਈ ਡਾਊਟ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਿਹੜਾ ਕਮੈਂਟ ਕਰਕੇ ਦੱਸ ਸਕਦੇ ਹੋ, ਜਾਂ ਨੀਚੇ WhatsApp ਨੰਬਰ ਮੈਂ ਦੇ ਦਿਆਂਗਾ, WhatsApp ਤੇ ਜਿਹੜਾ ਮੈਸੇਜ ਕਰਕੇ ਵੀ ਆਪਣੀ ਜਿਹੜੀ ਕੋਈ ਵੀ ਡਾਊਟ ਹੈ ਉਹ ਸ਼ੇਅਰ ਕਰ ਸਕਦੇ ਹੋ। ਠੀਕ ਹੈ ਸਟੂਡੈਂਟਸ, तो मिलते हैं फिर अगली वीडियो दे विच। थैंक यू।